ਕੱਲ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਕਿਸਾਨੀ ਅੰਦੋਲਨ ਦੀ ਗੂੰਜ ਸੜਕ ਤੋਂ ਸੁਪਰੀਮ ਕੋਰਟ ਤੱਕ ਸੁਣਾਈ ਦੇ ਰਹੀ ਹੈ ਤੇ ਹਰ ਪਾਸੇ ਗੱਲਬਾਤ ਨੂੰ ਅੱਗੇ ਤੋਰਨ ਦੀ ਚਰਚਾ ਹੈ, ਪਰ ਖੇਤੀ ਕਾਨੂੰਨਾਂ ਦਾ ਮੁੱਦਾ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਵੀ ਗੂੰਜ ਰਿਹਾ ਹੈ। ਪੰਜਾਬ ਸਰਕਾਰ ਨੇ ਕਾਨੂੰਨ ਨੂੰ ਰੱਦ ਕੀਤਾ ਵਿਧਾਨ ਸਭਾ ਦੇ ਅੰਦਰ ਅਤੇ ਸੋਧ ਕਰ ਦਿੱਤੀ ਤਾਂ ਦਿੱਲੀ ਦੀ ਸਰਕਾਰ ਨੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ ਤੇ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵਿਧਾਨ ਸਭਾ ਦੇ ਅੰਦਰ ਕਾਨੂੰਨਾਂ ਦੀਆਂ ਕਾਪੀਆਂ ਪਾੜਦੇ ਹੋਏ ਵੀ ਨਜ਼ਰ ਆਏ। ਅੱਜ ਗੱਲ ਇਹਨਾਂ ਦੋਵਾਂ ਮੁੱਦਿਆਂ ਉੱਤੇ ਕਿ ਸੁਪਰੀਮ ਕੋਰਟ ਪੂਰਾ ਮਾਮਲਾ ਪਹੁੰਚਿਆ ਹੈ, ਇਸ ਦੇ ਉੱਤੇ ਕਿਸਾਨ ਜਥੇਬੰਦੀਆਂ ਅੱਗੇ ਦੀ ਕੀ ਰਣਨੀਤੀ ਬਣਾਉਣਗੀਆਂ ਤੇ ਦੂਜੇ ਪਾਸੇ ਨਜ਼ਰਾਂ ਹੁਣ ਵਿਧਾਨ ਸਭਾ ਦੇ ਉੱਤੇ ਵੀ ਹੈ ਕਿ ਕੋਈ ਸਿਆਸੀ ਪੈਂਤੜਾ ਤਾਂ ਨਹੀਂ ਹੈ। ਜੇਕਰ ਬਿੱਲ ਪਾੜੇ ਗਏ ਉਹਨਾਂ ਦੀ ਕਾਪੀਜ਼ ਪੜੀਆਂ ਗਈਆਂ ਨੇ ਜਾਂ ਫਿਰ ਜੇ ਰੱਦ ਕੀਤੇ ਗਏ ਇਹਨਾਂ ਦਾ ਮਤਲਬ ਕੀ ਹੈ, ਇਹਨਾਂ ਦਾ ਅਸਰ ਕਿੰਨਾ ਹੈ ਕੇਂਦਰ ਦੀ ਸਰਕਾਰ ਦੇ ਉੱਤੇ ਜਾਂ ਨਵੇਂ ਖੇਤੀ ਕਾਨੂੰਨਾਂ ਉੱਤੇ। ਹਰ ਮੁੱਦੇ ਉੱਤੇ ਗੱਲਬਾਤ ਕਰਾਂਗੇ। ਕੁਝ ਅਹਿਮ ਮਹਿਮਾਨ ਸਾਡੇ ਨਾਲ ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣਗੇ। ਅੱਜ ਗੱਲ ਹੋਏਗੀ ਕਾਨੂੰਨ ਦੀ, ਕੋਰਟ ਦੀ, ਸੁਪਰੀਮ ਕੋਰਟ ਦੀ ਤੇ ਸਿਆਸੀ ਪੈਂਤੜੇ ਦੀ। शुरुआत करन जा रहे हैं ਅਸੀਂ ਵੱਡੀ ਖਬਰ ਦੇ ਨਾਲ ਜੋ ਦਿਨ ਦੀਆਂ ਦੋ ਵੱਡੀਆਂ ਅਪਡੇਟਸ ਨੇ ਉਹਨਾਂ ਦੇ ਨਾਲ, ਦੋ ਤਸਵੀਰਾਂ ਦੇ ਨਾਲ ਮੈਂ ਸ਼ੁਰੂਆਤ ਕਰਨ ਜਾ ਰਿਹਾ ਹਾਂ। ਪੂਰੇ ਦਿਨ ਦੇ ਵਿੱਚ ਦੋ ਅਹਿਮ ਚੀਜ਼ਾਂ ਹੁੰਦੀਆਂ ਹੋਈਆਂ ਨਜ਼ਰ ਆਈਆਂ ਨੇ, ਉਹ ਦੋਵੇਂ ਤੁਹਾਡੇ ਤੱਕ ਪਹੁੰਚਣੀਆਂ ਜ਼ਰੂਰੀ ਨਹੀਂ। ਇਸ ਦੇ ਉੱਤੇ ਹੀ ਚਰਚਾ ਕਰਾਂਗੇ, ਪਰ ਸ਼ੁਰੂਆਤ ਦੇ ਵਿੱਚ ਉਹ ਦੋ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਪਹਿਲੀ, ਅੰਦੋਲਨ ਦੇ ਉੱਤੇ ਸੁਪਰੀਮ ਸੁਣਵਾਈ ਜਾਰੀ ਹੈ, ਦੂਜੇ ਦਿਨ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਦੂਜੀ ਤਸਵੀਰ ਦੇਖੋ ਬਹੁਤ ਅਹਿਮ ਹੈ। ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹ ਕਾਨੂੰਨਾਂ ਦੇ ਉੱਤੇ ਬੋਲਦੇ ਨੇ, ਖੇਤੀ ਕਾਨੂੰਨਾਂ ਦੇ ਉੱਤੇ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਦਾ ਜ਼ਿਕਰ ਤੇ ਆਖਿਰ ਦੇ ਵਿੱਚ ਆਪਣੀ ਸਪੀਚ ਦੇ ਆਖਰੀ ਪੜਾਅ ਦੇ ਵਿੱਚ ਵਿਧਾਨ ਸਭਾ ਦੇ ਅੰਦਰ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਇਹ ਕਾਨੂੰਨ ਦੀਆਂ ਕਾਪੀਆਂ ਪਾੜ ਦਿੱਤੀਆਂ ਗਈਆਂ ਤੇ ਸਾਰੇ ਉਹਨਾਂ ਦੇ ਜਿਹੜੇ ਸਾਥੀ ਵਿਧਾਇਕ ਨੇ ਦਿੱਲੀ ਦੇ ਉਹ ਖੜੇ ਹੋ ਕੇ ਮੇਜ਼ ਥਪਥਪਾਉਂਦੇ ਨਜ਼ਰ ਆਏ, ਯਾਨੀ ਕਿ ਸਮਰਥਨ ਕੀਤਾ ਗਿਆ ਇਸ ਤਰੀਕੇ ਨਾਲ। ਇਹ ਤਸਵੀਰਾਂ ਬਹੁਤ ਅਹਿਮ ਨੇ ਤੇ ਪਹਿਲੀ ਤਸਵੀਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅੰਦੋਲਨ ਦੇ ਉੱਤੇ ਉਹ ਜਾਰੀ ਹੈ। ਦੂਜੇ ਦਿਨ ਲਗਾਤਾਰ ਸੁਣਵਾਈ ਹੋਈ, ਹਾਲਾਂਕਿ ਅਗਲੀ ਸੁਣਵਾਈ ਕਦੋਂ ਹੋਏਗੀ ਅਜੇ ਸਪਸ਼ਟ ਨਹੀਂ, ਪਰ ਪਹਿਲੀ ਸੁਣਵਾਈ ਦੇ ਦੌਰਾਨ ਕਮੇਟੀ ਦੇ ਪ੍ਰਸਤਾਵ ਦਾ ਵੀ ਜ਼ਿਕਰ ਹੈ। ਪਹਿਲੀ ਸੁਣਵਾਈ ਦੇ ਦੌਰਾਨ ਕਿਸਾਨਾਂ ਨੂੰ ਅਪੀਲ ਹੈ ਤੇ ਕੇਂਦਰ ਤੋਂ ਵੀ ਸਵਾਲ ਨੇ। ਸਭ ਦੇ ਉੱਤੇ ਗੱਲਬਾਤ ਕਰਾਂਗੇ, ਸਭ ਦੇ ਉੱਤੇ ਚਰਚਾ ਹੋਵੇਗੀ, ਪਰ ਖਾਸ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਜੋ ਕੁਝ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਹੋਇਆ ਉਹ ਵੀ ਬਹੁਤ ਹੈ। फाड़ते हुए मुझे बेहद दर्द हो रहा है। मेरा बिल्कुल मकसद नहीं था इसे फाड़ने का, लेकिन आज जब मेरे देश का किसान सड़कों के ऊपर 2 डिग्री टेम्परेचर के अंदर सड़कों पे सो रहा है और वो तकलीफ में है, तो मैं अपने देश के किसान और अपने देश के जवान के साथ गद्दारी नहीं कर सकता। मैं भी पहले इस देश का नागरिक हूँ, मुख्यमंत्री बाद में हूँ, तो आज इन तीनों कानूनों को ये विधानसभा खारिज करती है और केंद्र सरकार से अपील करती है कि किसानों की बात मानते हुए अंग्रेजों से बदतर मत बनो। अंग्रेजों ने 9 महीने में कानून वापस ले लिए थे, आप कम से कम आज़ादी की इतनी तो इज्जत रख लो कि 20 दिन के बाद अब इन कानूनों को वापस ले लो। तब दिल्ली विधान सभा ਦੇ ਵਿੱਚ ਰੱਦ ਕੀਤੇ ਗਏ ਨੇ ਕਾਨੂੰਨ ਤੇ ਨਾਲ ਹੀ ਕਾਪੀਆਂ ਪਾੜੀਆਂ ਗਈਆਂ ਦਿੱਲੀ ਦੇ ਮੁੱਖ ਮੰਤਰੀ ਦੇ ਵੱਲੋਂ। ਇਸ ਦੇ ਉੱਤੇ ਵੀ ਗੱਲਬਾਤ ਹੋਏਗੀ, ਪਰ ਇਸ ਸਭ ਦੇ ਵਿਚਾਲੇ ਕਿਉਂਕਿ ਸੁਪਰੀਮ ਕੋਰਟ ਮਾਮਲਾ ਪਹੁੰਚਿਆ, ਸੁਪਰੀਮ ਕੋਰਟ ਕਿਸਾਨਾਂ ਨੂੰ ਵੀ ਅਪੀਲ ਕਰ ਰਹੇ ਨੇ ਤੇ ਇਸ ਵਿਚਾਲੇ ਸੁਪਰੀਮ ਕੋਰਟ ਦੀ ਟਿੱਪਣੀ ਦੇ ਉੱਤੇ ਕਿਸਾਨ ਆਗੂਆਂ ਦੇ ਵੱਲੋਂ ਮੰਥਨ ਕੀਤਾ ਗਿਆ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ। ਕਿਸਾਨ ਆਗੂ ਕਹਿ ਰਹੇ ਨੇ ਕਿ ਸਾਡੇ ਕੋਲ ਅਜੇ ਲਿਖਤ ਰੂਪ ਦੇ ਵਿੱਚ ਕੁਝ ਵੀ ਨਹੀਂ ਪਹੁੰਚਿਆ, ਸੀਨੀਅਰ ਵਕੀਲਾਂ ਦੇ ਨਾਲ ਸਲਾਹ ਕਰਕੇ ਉਹ ਅੱਗੇ ਦਾ ਫੈਸਲਾ ਕਰਨਗੇ ਤੇ ਸੀਨੀਅਰ ਵਕੀਲਾਂ ਦੇ ਵਿੱਚ ਉਹਨਾਂ ਨੇ ਨਾਮ ਵੀ ਦੱਸ ਦਿੱਤੇ। ਪ੍ਰਸ਼ਾਂਤ ਭੂਸ਼ਣ, ਕੋਲਿਨ ਗੋਸਾਲਵਿਸ, ਦੁਸ਼ਯੰਤ ਦਵੇ ਤੇ ਐਚਐਸ ਫੂਲਕਾ ਦਾ ਨਾਮ ਰੱਖਿਆ ਗਿਆ ਕਿ ਇਹਨਾਂ ਚਾਰਾਂ ਵਕੀਲਾਂ ਦੇ ਨਾਲ ਸਲਾਹ ਕਰਕੇ ਰਾਏ ਮਸ਼ਵਰਾ ਕਰਕੇ ਹੁਣ ਅਸੀਂ ਅੱਗੇ ਦੀ ਰਣਨੀਤੀ ਤੈਅ ਕਰਾਂਗੇ। ਕਿਸਾਨ ਆਗੂਆਂ ਦੇ ਵੱਲੋਂ ਇਹ ਤਾਂ ਬਹੁਤ ਕਲੀਅਰ ਕਿਹਾ ਗਿਆ ਕਿ ਅਸੀਂ ਅਜੇ ਸਾਡੇ ਕੋਲ ਲਿਖਤੀ ਤੌਰ ਦੇ ਉੱਤੇ ਕੁਝ ਨਹੀਂ ਪਹੁੰਚਿਆ, ਅਸੀਂ ਉਸ ਤੋਂ ਬਾਅਦ ਹੀ ਕੋਈ ਟਿੱਪਣੀ ਕਰ ਸਕਾਂਗੇ। चाहते हैं सुप्रीम कोर्ट में एक केस है, अभी हमारे पास कोई डॉक्यूमेंट्री कोई नहीं आई चीज। जब हमारे पास आएगी तो हम अपनी लीगल टीम को उसके साथ चर्चा करेंगे और उसके बाद आपके साथ शेयर करेंगे।
ਅਸੀਂ ਚਰਚਾ ਦੀ ਸ਼ੁਰੂਆਤ ਕਰੀਏ। ਦੋਵੇਂ ਅਹਿਮ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਡਾ ਅੱਜ ਦਾ ਸਵਾਲ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛ ਰਹੇ ਹਾਂ, ਤੁਹਾਨੂੰ ਨਾਲ ਜੋੜਨ ਦੀ ਕੋਸ਼ਿਸ਼ ਸਾਡੀ ਰੋਜ਼ ਹੁੰਦੀ ਹੈ। ਜ਼ਰੂਰ ਆਪਣੀ ਰਾਏ ਸਾਡੇ ਤੱਕ ਪਹੁੰਚਾਇਆ ਕਰੋ। ਸਾਡਾ ਅੱਜ ਦਾ ਸਵਾਲ ਹੈ ਕਿ ਦਿੱਲੀ ਵਿਧਾਨ ਸਭਾ ਦੇ ਵੱਲੋਂ ਬਿੱਲ ਰੱਦ ਕਰਨ ਦੇ ਨਾਲ ਕੀ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਏਗਾ? ਇਹ ਬਹੁਤ ਸਿੱਧਾ ਜਿਹਾ ਸਵਾਲ ਹੈ, ਕਿਉਂਕਿ ਲਗਾਤਾਰ ਸਵਾਲ ਅੱਜ ਇਹ ਵੀ ਉੱਠੇਗਾ ਪੂਰੀ ਚਰਚਾ ਦੇ ਵਿੱਚ ਕਿ ਦਿੱਲੀ ਸਰਕਾਰ ਦੇ ਨੁਮਾਇੰਦੇ ਪਹਿਲਾਂ ਇਹ ਵੀ ਕਹਿ ਰਹੇ ਸੀ ਕਿ ਕਾਨੂੰਨ ਤਾਂ ਕੇਂਦਰ ਦੀ ਸਰਕਾਰ ਦੇ ਨੇ, ਰੱਦ ਤਾਂ ਕਿਤੇ ਨਹੀਂ ਜਾ ਸਕਦੇ। ਤਾਂ ਹੁਣ ਸਵਾਲ ਇਹੀ ਹੈ ਕਿ ਆਖਿਰ ਇਹਨਾਂ ਨੂੰ ਕਾਨੂੰਨਾਂ ਨੂੰ ਰੱਦ ਕਰਕੇ ਜਾਂ ਵਿਧਾਨ ਸਭਾ ਦੇ ਅੰਦਰ ਕਾਪੀਆਂ ਪਾੜ ਕੇ ਕਿ ਵਾਕਈ ਕੇਂਦਰ ਦੇ ਉੱਤੇ ਦਬਾਅ ਪਏਗਾ, ਕੋਈ ਅਸਰ ਇਸ ਦਾ ਨਜ਼ਰ ਆ ਸਕਦਾ? ਤੁਸੀਂ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਓ। ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਇਹ ਕਦਮ ਦਿੱਲੀ ਸਰਕਾਰ ਦਾ ਤਾਂ ਇਸ ਦਾ ਕੇਂਦਰ ਦੇ ਉੱਤੇ ਦਬਾਅ ਪਏਗਾ, ਤਾਂ ਇਸ ਦੇ ਲਈ ਤੁਸੀਂ ਟਾਈਪ ਕਰੋ News 18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਕਿ ਨਹੀਂ ਇਸ ਦਾ ਕੋਈ ਫਰਕ ਨਹੀਂ ਪੈਣ ਵਾਲਾ ਤਾਂ ਤੁਸੀਂ ਟਾਈਪ ਕਰੋ News 18 ਸਪੇਸ ਦੇ ਕੇ PHH ਸਪੇਸ ਦੇ ਕੇ N। ਇਸ ਨੂੰ ਭੇਜ ਦਿਓ ਹਰ ਰੋਜ਼ ਦੀ ਤਰ੍ਹਾਂ 56677 ਦੇ ਉੱਤੇ। ਅਸੀਂ ਤੁਹਾਡੀ ਰਾਏ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ। ਬਹੁਤ ਜ਼ਰੂਰੀ ਹੈ ਇਹ ਸਵਾਲ ਵੀ ਕਿ ਵਾਕਈ ਹੀ ਇਹਨਾਂ ਦਾ ਕੋਈ ਫਰਕ ਪੈ ਰਿਹਾ ਹੈ, ਇਸ ਦੇ ਉੱਤੇ ਗੱਲਬਾਤ ਹੋਏਗੀ। ਸ਼ੁਰੂਆਤ ਕਰਦੇ ਹਾਂ ਅੱਜ ਦੀ ਚਰਚਾ ਦੀ। ਅਸੀਂ ਸਾਡੇ ਨਾਲ ਮਹਿਮਾਨ ਜੁੜਨੇ ਸ਼ੁਰੂ ਹੋ ਚੁੱਕੇ ਨੇ। ਸਭ ਤੋਂ ਪਹਿਲਾਂ ਸਾਡੇ ਨਾਲ ਜੁੜ ਰਹੇ ਨੇ ਗੁਰਜੀਤ ਔਜਲਾ ਜੀ, ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਗੁਰਜੀਤ ਔਜਲਾ ਜੀ ਜੰਤਰ ਮੰਤਰ ਤੇ ਜਿਹੜੇ ਸੰਸਦਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਰੀਬ 8 ਤਰੀਕ ਤੋਂ, ਪਿਛਲੇ 8-10 ਦਿਨਾਂ ਤੋਂ, ਉਸ ਧਰਨੇ ਦੇ ਵਿੱਚ ਵੀ ਗੁਰਜੀਤ ਔਜਲਾ ਸ਼ਾਮਲ ਨੇ। ਔਜਲਾ ਜੀ ਬਹੁਤ ਬਹੁਤ ਸਵਾਗਤ ਹੈ। ਥੋੜੀ ਦੇਰ ਦੇ ਵਿੱਚ ਹੋਰ ਮਹਿਮਾਨ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਵੀ ਸਾਡੇ ਨਾਲ ਜੁੜਨਗੇ। ਔਜਲਾ ਜੀ ਸਵਾਗਤ ਹੈ ਤੁਹਾਡਾ। ਮੈਂ ਤੁਹਾਡੇ ਤੋਂ ਹੀ ਸ਼ੁਰੂਆਤ ਕਰਨ ਜਾ ਰਿਹਾ ਹਾਂ। ਸਭ ਤੋਂ ਪਹਿਲਾਂ ਦਿੱਲੀ ਸਰਕਾਰ ਦੇ ਵੱਲੋਂ ਰੱਦ ਕੀਤੇ ਗਏ ਕਾਨੂੰਨ, ਵਿਧਾਨ ਸਭਾ ਦੇ ਅੰਦਰ ਪਾੜੀਆਂ ਗਈਆਂ ਕਾਪੀਆਂ, ਕਾਂਗਰਸ ਦਾ ਇਸ ਦੇ ਉੱਤੇ ਰਿਐਕਸ਼ਨ? ਜੀ ਰਿਐਕਸ਼ਨ ਤੇ ਕੋਈ ਨਹੀਂ। ਦੇਖੋ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਵਿਧਾਨ ਸਭਾ ਦੇ ਵਿੱਚ ਕਾਨੂੰਨ ਰੱਦ ਕੀਤੇ ਗਏ ਸੀ ਇਕੱਠੇ ਹੋ ਕੇ, ਉਹਦਾ ਇੱਕ ਮੈਸੇਜ ਗਿਆ ਸੀ ਸਾਰਿਆਂ ਨੇ। ਕੈਪਟਨ ਸਾਹਿਬ ਨੇ ਜਦੋਂ ਬਿੱਲ ਲੈ ਕੇ ਆਏ, ਤਿੰਨਾਂ ਕਾਨੂੰਨ ਉੱਥੇ ਰੱਦ ਹੋਏ, ਸਾਰੀਆਂ ਪਾਰਟੀਆਂ ਨੇ ਸਮਰਥਨ ਕੀਤਾ, ਪਰ ਉਹ ਕਿਤੇ ਨਾ ਕਿਤੇ ਅਸੰਜਮ ਦੀ ਸਥਿਤੀ ਆਮ ਆਦਮੀ ਪਾਰਟੀ 'ਚ ਪਾਈ ਗਈ। ਇਹਨਾਂ ਨੇ ਉੱਥੇ ਹੀ ਯੂ ਟਰਨ ਲੈ ਲਿਆ ਨੈਕਸਟ ਡੇ। ਉਸ ਤੋਂ ਬਾਅਦ ਜਦੋਂ ਜਿਹੜਾ ਮਸਲਾ ਆ ਉਹ ਦਿੱਲੀ ਵੱਲ ਕੂਚ ਕੀਤਾ ਕਿਸਾਨਾਂ ਨੇ, ਤਦ ਤੱਕ ਕੇਜਰੀਵਾਲ ਸਾਹਿਬ ਇਹ ਕਹਿ ਚੁੱਕੇ ਸੀ ਕਿ ਇਹ ਕਾਨੂੰਨ ਤੇ ਜਿਹੜੇ ਨੇ ਇਹ ਤੇ ਰੱਦ ਨਹੀਂ ਕੀਤੇ ਜਾ ਸਕਦੇ, ਇਹ ਦਿੱਲੀ 'ਚ ਲਾਗੂ ਨੇ। ਔਰ ਜਿੱਦਣ ਬੰਦ ਦੀ ਸਥਿਤੀ ਸੀ, 8 ਤਰੀਕ ਨੂੰ ਬੰਦ ਸੀ, ਸਾਨੂੰ ਚੇਤਾ ਹੈ ਅਸੀਂ 7 ਤਰੀਕ ਨੂੰ ਜੰਤਰ ਮੰਤਰ ਧਰਨੇ ਤੇ ਬੈਠੇ ਸੀ। ਉਦਣ ਵੀ ਕੇਜਰੀਵਾਲ ਸਾਹਿਬ ਨੇ, ਆਮ ਆਦਮੀ ਪਾਰਟੀ ਨੇ ਉਸ ਤਰ੍ਹਾਂ ਬੰਦ ਦਾ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਜਾਂ ਕਾਂਗਰਸ ਪਾਰਟੀ ਨੇ ਸਮਰਥਨ ਕੀਤਾ, ਪੰਜਾਬ ਦੇ ਵਿੱਚ ਦਿੱਲੀ 'ਚ ਕਿਤੇ ਸਮਰਥਨ ਨਹੀਂ ਸੀ। ਸਾਰੀ ਰਾਤ ਬੱਸਾਂ ਚਲਾਈਆਂ ਗਈਆਂ, ਕਿਉਂਕਿ ਅਸੀਂ ਬਿਲਕੁਲ ਚੌਂਕ ਦੇ ਉੱਤੇ ਜੰਤਰ ਮੰਤਰ ਧਰਨੇ ਤੇ ਬੈਠੇ ਸੀ। ਅਸੀਂ ਹੈਰਾਨ ਸੀ ਕਿ ਰਾਤ ਬੱਸਾਂ ਕਿੱਦਾਂ ਇੰਨੀਆਂ ਚੱਲ ਰਹੀਆਂ ਨੇ, ਖਾਲੀ ਬੱਸਾਂ ਭੱਜਦੀਆਂ ਰਹੀਆਂ, ਕਿਸੇ ਨੇ ਰੋਕਿਆ ਨਹੀਂ। ਉਸ ਤੋਂ ਬਾਅਦ ਜੋ ਰੋਸ਼ ਵੱਧਦਾ ਗਿਆ, ਜੇ ਕਿਤੇ ਜਹੀਆਂ ਇਹੀ ਰਾਜਨੀਤਿਕ ਪਾਰਟੀਆਂ ਕਿਸਾਨ ਦੀ ਸਥਿਤੀ ਨੂੰ ਪਹਿਲੋਂ ਭਾਪ ਲੈਂਦੀਆਂ, ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਲੱਗੀ ਹੈ, ਜਿਸ ਤਰੀਕੇ ਨਾਲ ਪੰਜਾਬ 'ਚ ਇੱਕ ਚਿਹਰਾ ਦਿਖਿਆ ਸੀ ਇੱਕ ਮੁੱਠਤਾ ਦਾ, ਇਕਜੁੱਟਤਾ ਦਾ, ਉਹ ਕਿਤੇ ਨਾ ਕਿਤੇ ਥਿੜਕ ਗਏ ਆਪਣੇ ਆਪ ਤੋਂ। ਤੇ ਹੁਣ ਉਦੋਂ ਜਾ ਕੇ ਇਹ ਚੀਜ਼ਾਂ ਨੂੰ ਮਤਲਬ ਰੱਦ ਕਰਨ ਦਾ ਕਵਾਇਦ ਕਰ ਰਹੇ ਨੇ, ਜਦੋਂ ਕਿ ਇਸ ਵੇਲੇ ਜਿਹੜਾ ਸੰਘਰਸ਼ ਆ ਉਹ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਸਿੱਧਾ ਟਕਰਾਏ, ਉਹਦੇ ਵਿੱਚ ਇਹ ਰੱਦ ਕਰਨ ਜਾਂ ਨਾ ਕਰਨ ਉਹਦਾ ਕੋਈ ਗੱਲ ਨਹੀਂ ਗੀ। ਇਹ ਹੁੰਦਾ ਦਬਾਅ ਪਹਿਲ ਤੋਂ ਸ਼ੁਰੂਆਤ ਤੋਂ ਹੁੰਦਾ ਹੈ। ਸੋ ਉੱਥੇ ਜਿਹੜੇ ਨਾ ਯੂ ਟਰਨ ਪੰਜਾਬ ਚ ਲਏ ਆ, ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਡਬਲ ਚਿਹਰਾ ਤੁਸੀਂ ਕਹਿ ਸਕਦੇ ਕੇਜਰੀਵਾਲ ਸਾਹਿਬ, ਹੋ ਸਕਦਾ ਕਿ ਉਹਨਾਂ ਦੇ ਉੱਤੇ ਦਬਾਅ ਹੋਵੇ, ਪਰ ਕਿਸਾਨਾਂ ਨੂੰ ਉੱਥੇ ਇਹਨਾਂ ਵੱਲੋਂ ਪਰੋਖੇ ਕੀਤਾ ਗਿਆ। ਕੋਈ ਸ਼ੱਕ ਨਹੀਂ ਕਿ ਜੇ ਇਹੀ ਜਿਹੜੀ ਲਹਿਰ ਥੱਲਿਓ ਚੱਲੀ ਸੀ ਵਿਧਾਨ ਸਭਾ ਚੋਂ, ਜਦੋਂ ਇੱਕ ਸਾਰੇ ਇਕੱਤਰ ਸੀ, ਬੜਾ ਵੱਡਾ ਮੈਸੇਜ ਸੀ, ਤਗੜੇ ਹੋ ਕੇ ਗਏ ਸੀ ਗਵਰਨਰ ਤੱਕ, ਉਹਦਾ ਇੱਕ ਅੱਜ ਤੱਕ ਦਾ ਇੰਪੈਕਟ ਹੀ ਹੋਰ ਹੋਣਾ ਸੀ। ਸੋ ਇਹ ਜਿਹੜਾ ਹੁਣ ਵੀ ਫੈਸਲਾ ਲਿਆ ਹੈ, ਚਲੋ ਚੰਗੀ ਗੱਲ ਹੈ। ਸਾਹਿਬ ਦੇਖੋ ਇੱਥੇ ਤਾਂ ਇਹ ਵੀ ਇੰਪੋਰਟੈਂਟ ਹੈ ਕਿ ਪੰਜਾਬ ਦੇ ਵਿੱਚ ਅਲੱਗ-ਅਲੱਗ ਧਿਰਾਂ ਹੈਗੀਆਂ ਨੇ ਵਿਧਾਨ ਸਭਾ ਦੇ, ਤੇ ਦਿੱਲੀ ਦੇ ਵਿੱਚ ਕੀ ਹੈ? ਦਿੱਲੀ 'ਚ ਤਾਂ ਦੋ ਹੀ ਤਰ੍ਹਾਂ ਨੇ, ਔਰ ਜ਼ਿਆਦਾ ਮੈਜੋਰਟੀ ਆਮ ਆਦਮੀ ਪਾਰਟੀ ਦੇ ਕੋਲ ਹੈਗੀ, ਉਹ ਤਾਂ ਇਕੱਠੇ ਇੱਕ ਤਰੀਕੇ ਨਾਲ ਹੈਗੀ ਨੇ, 62 ਸੀਟਾਂ ਉਹਨਾਂ ਦੇ ਕੋਲ ਹੈ। ਤਾਂ ਇਹ ਤਾਂ ਪੁਆਇੰਟ ਜ਼ਰੂਰ ਹੈ ਨਾ ਕਿ ਬਾਕੀ ਬੀਜੇਪੀ ਦੇ ਤਾਂ ਆਗੂ ਤੁਹਾਡੇ ਨਾਲ ਵੀ ਨਹੀਂ ਚੱਲੇ, ਬੀਜੇਪੀ ਦੇ ਆਗੂਆਂ ਨੇ ਕੇਜਰੀਵਾਲ ਸਾਹਿਬ ਨਾਲ ਵੀ ਨਹੀਂ ਚੱਲਣਾ ਸੀ। ਨਹੀਂ, ਮੈਂ ਇਹ ਨਹੀਂ ਗੱਲ ਕਹਿ ਰਿਹਾ। ਕਿਤੇ ਨਾ ਕਿਤੇ ਦੇਖੋ ਨਾ ਦਬਾਅ ਹੈ। ਪਹਿਲੀ ਇੱਕ ਚੜਾਈ ਹੁੰਦੀ ਹੈ ਜਦੋਂ ਤੁਸੀਂ ਕਿਸੇ ਮੂਵਮੈਂਟ ਨੂੰ, ਕਿਸੇ ਕੰਮ ਨੂੰ ਕਰਦੇ ਜੇ ਇਕੱਠੇ ਹੋ ਕੇ ਚਿਹਰਾ ਜਾਂਦਾ ਹੈ। ਇੱਕ ਮੈਸੇਜ ਗਿਆ ਸਾਰੇ ਹਿੰਦੁਸਤਾਨ 'ਚ ਕਿ ਅੱਜ ਦੇਖੋ, ਅੱਜ ਪੰਜਾਬ ਸਾਰਾ ਚਾਹੇ ਰਾਜਨੀਤਿਕ ਵਖਰੇਵੇਂ ਹੈਗੇ, ਕਿਸਾਨਾਂ ਦੇ ਮਸਲੇ ਤੇ ਇੱਕ ਹੈ, ਪਰ ਉਦੋਂ ਜਦੋਂ ਯੂ ਟਰਨ ਲੈ ਲਿਆ ਫਿਰ ਐਂ ਲੱਗਾ ਕਿ ਪੰਜਾਬ ਵੀ ਰਾਜਨੀਤਿਕ ਧਿਰਾਣੀਆਂ ਦੁਫਾੜ ਹੋ ਗਈਆਂ ਨੇ। ਔਰ ਉਹ ਚਿਹਰਾ ਦਿੱਲੀ ਦੇ ਵਿੱਚ ਬੜਾ ਸਪਸ਼ਟ ਰੂਪ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਵੇਖਣ ਨੂੰ ਮਿਲਿਆ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਨਾ ਬੰਦ ਦਾ ਸਮਰਥਨ ਕੀਤਾ,
ਔਰ ਜਿੱਦਣ ਉਦਣ ਇਹਨਾਂ ਨੂੰ ਕਿਹਾ ਕਿ ਮੈਨੂੰ ਅੰਦਰ ਇਹਨਾਂ ਨੇ ਨਜ਼ਰਬੰਦ ਕਰਤਾ, ਪੁਲਿਸ ਦਾ ਬਿਆਨ ਹੈ ਵੀ ਅਸੀਂ ਤਾਂ ਨਜ਼ਰਬੰਦ ਕੀਤਾ ਹੀ ਨਹੀਂ। ਤੁਸੀਂ ਧਰਨਾ ਦੇਣਾ ਬਾਹਰ ਆ ਕੇ ਦਿਓ, ਬਰਾਬਰ ਦਿਓ ਨਾ, ਬੈਠੋ ਸੜਕਾਂ ਦੇ ਉੱਤੇ। ਤੁਸੀਂ ਬਿਆਨਬਾਜ਼ੀ ਤੱਕ ਸੀਮਤ ਨਾ ਰਹੋ। ਇਸ ਵੇਲੇ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਦਾ ਡਬਲ ਸਟੈਂਡਰਡ, ਤੁਸੀਂ ਇਹ ਇਲਜ਼ਾਮ ਲਗਾ ਰਹੇ ਹੋ ਜੀ। ਤੁਹਾਡੇ ਸਾਹਮਣੇ ਆ ਜੀ, ਤੁਹਾਡੇ ਸਾਹਮਣੇ। ਮੈਂ ਤਾਂ ਕੁਝ ਨਹੀਂ ਕਿਹਾ ਜੀ। ਇਹਨਾਂ ਜੋ ਕੀਤਾ ਉਹ ਸਾਰੇ ਪੰਜਾਬ ਦੇ ਸਾਹਮਣੇ ਆ, ਸਾਰੀ ਦਿੱਲੀ ਦੇ ਸਾਹਮਣੇ ਆ। ਇਹਦੇ ਚ ਕੋਈ ਮੈਂ ਇਹ ਤਾਂ ਕੋਈ ਵਖਰੇਵਾ ਨਹੀਂ ਵਿੱਚ ਗੱਲ ਕੀਤੀ। ਇਹ ਤਾਂ ਗੱਲ ਦੱਸੀ ਹੈ ਇਹਨਾਂ ਨੂੰ ਕਿ ਆਹ ਤੁਸੀਂ ਨਾ ਕਰਦੇ ਹੋ। ਅੱਜ ਦੀ ਕੋਸ਼ਿਸ਼ ਕਰਾਂਗਾ, ਉਹਨਾਂ ਨੂੰ ਵੀ ਚਰਚਾ ਦੇ ਵਿੱਚ ਜੋੜਦੇ ਆ। ਸਾਡੇ ਨਾਲ ਇਸ ਸਮੇਂ ਆਰਪੀ ਸਿੰਘ ਜੀ ਜੁੜ ਚੁੱਕੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ, ਨੈਸ਼ਨਲ ਸਪੋਕਸਪਰਸਨ ਨੇ, ਸੀਨੀਅਰ ਲੀਡਰ ਨੇ। ਸਵਾਗਤ ਹੈ ਆਰਪੀ ਸਿੰਘ ਜੀ ਤੁਹਾਡਾ ਵੀ। ਤੇ ਸਾਡੇ ਵਿੱਚ ਕੁਲਤਾਰ ਸੰਧਵਾ ਜੀ ਵੀ ਜੁੜਨਗੇ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਸੀਨੀਅਰ ਲੀਡਰ ਨੇ। ਆਰਪੀ ਸਿੰਘ ਜੀ, ਮੈਂ ਸੁਪਰੀਮ ਕੋਰਟ ਵਾਲੇ ਪਾਸੇ ਨੂੰ ਆਪਾਂ ਰੁਖ ਕਰੀਏ ਕਿ ਸੁਪਰੀਮ ਕੋਰਟ ਦੇ ਵਿੱਚ ਟਿੱਪਣੀਆਂ ਹੋਈਆਂ ਨੇ, ਉੱਥੇ ਗੱਲਬਾਤ ਹੋਈ ਹੈ, ਪਰ ਉਸ ਤੋਂ ਪਹਿਲਾਂ ਸਵਾਲ ਅੱਜ ਦਿੱਲੀ ਵਿਧਾਨ ਸਭਾ ਦੇ ਵਿੱਚ ਜੋ ਕੁਝ ਹੋਇਆ, ਦਿੱਲੀ ਦੀ ਕੇਂਦਰ ਦੀ ਸਰਕਾਰ ਕਿਵੇਂ ਦੇਖ ਰਹੀ ਹੈ ਇਸ ਨੂੰ? ਕਾਪੀਆਂ ਪਾੜੀਆਂ ਗਈਆਂ ਨੇ, ਪੰਜਾਬ ਦੇ ਵਿੱਚ ਕਾਨੂੰਨ ਰੱਦ ਹੋਏ, ਅਮੈਂਡਮੈਂਟ ਕਰ ਦਿੱਤੀ, ਰਾਜਸਥਾਨ ਨੇ ਆਪਣੇ ਲੈਵਲ ਤੇ ਕਰਤੀ, ਉੱਥੇ ਕਾਂਗਰਸ ਦੀ ਸਰਕਾਰ ਹੈ। ਤਾਂ ਜਿਹੜੇ ਗੈਰ ਬੀਜੇਪੀ ਸ਼ਾਸਤ ਸੂਬੇ ਨੇ ਉਹ ਇਸ ਸਮੇਂ ਇਨ ਕਾਨੂੰਨਾਂ ਨੂੰ ਰੱਦ ਕਰਨ ਦੇ ਉੱਤੇ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਤੁਲੇ ਹੋਏ ਨੇ, ਉਹ ਰੱਦ ਕਰ ਰਹੇ ਨੇ। ਦਿੱਲੀ ਦੇ ਵਿਧਾਨ ਸਭਾ ਜੋ ਕੁਝ ਹੋਇਆ ਕਿਵੇਂ ਦੇਖਦੇ ਹੋ? ਦਿੱਲੀ ਵਿਧਾਨ ਸਭਾ ਸੀ ਜਾਂ ਉਹ ਕੋਈ ਸ਼੍ਰੀ ਰਾਮ ਸੈਂਟਰ ਆਫ ਆਰਟ ਜਿਹੜਾ ਮੰਡੀ ਹਾਊਸ ਸੀ, ਉਹ ਸੀ? ਪਹਿਲੇ ਦੱਸੋ। ਕੋਈ ਵਿਧਾਨ ਸਭਾ ਵਿੱਚ ਬਿੱਲ ਬਣਾਏ ਜਾਂਦੇ ਨੇ, ਬਿੱਲ ਪਾਸ ਕੀਤੇ ਜਾਂਦੇ ਨੇ, ਰੈਜ਼ੋਲੂਸ਼ਨ ਲਿਆਏ ਜਾਂਦੇ ਨੇ, ਰੈਜ਼ੋਲੂਸ਼ਨ ਪਾਸ ਕੀਤੇ ਜਾਂਦੇ ਨੇ। ਉੱਥੇ ਵਰੇ ਨਹੀਂ ਫਾੜੇ ਜਾਂਦੇ, ਉੱਥੇ ਕਾਗਜ਼ ਨਹੀਂ ਫਾੜੇ ਜਾਂਦੇ। ਇਹ ਵਿਧਾਨ ਸਭਾ 'ਚ ਨਹੀਂ ਹੁੰਦਾ। ਔਰ ਕੋਈ ਮੁੱਖ ਮੰਤਰੀ ਕਾਗਜ਼ ਫਾੜ ਕੇ ਆਪਣੀ ਕੋਈ ਸ਼ਿਕਸ਼ਾ ਨਹੀਂ ਮਾਰਦਾ। ਔਰ ਦੂਜੀ ਗੱਲ, ਥੋੜੇ ਦਿਨ ਹਲੇ ਕੱਲ ਦੀ ਜਿਹੜਾ ਕਿਰਪਾ ਕਰਕੇ ਕੇਜਰੀਵਾਲ ਸਾਹਿਬ ਦੀ ਪ੍ਰੈਸ ਕਾਨਫਰੰਸ ਕਰ ਲਓ 2 ਦਿਨ ਪਹਿਲੇ ਦੀ, ਉੱਥੇ ਕਹਿ ਰਹੇ ਕਿ ਇਹ ਸੈਂਟਰ ਦਾ ਕਾਨੂੰਨ ਹੈ, ਸਾਨੂੰ ਤੇ ਲਾਗੂ ਕਰਨਾ ਲਾਜ਼ਮੀ ਹੈ, ਅਸੀਂ ਲਾਗੂ ਕਰਤਾ, ਅਸੀਂ ਕਿਤੇ ਮਨਾ ਕਰ ਦਈਏ। ਅੱਜ ਉਹ ਡਰਾਮਾ ਕਰਨ ਵਾਸਤੇ ਪਾੜ ਰਹੇ ਨੇ। ਉਹਨਾਂ ਦੀ ਕੋਈ ਆਪਸ ਵਿੱਚ ਕੰਪੀਟੀਸ਼ਨ ਚੱਲ ਰਿਹਾ ਕੈਪਟਨ ਸਾਹਿਬ ਨਾਲ, ਉਹ ਉਸ ਚੱਕਰ ਵਿੱਚ ਉਹ ਕੈਪਟਨ ਸਾਹਿਬ ਨੇ ਕੁਐਸਚਨ ਚੱਕਤਾ, ਉਹ ਆਪਣੇ ਆਪ ਨੂੰ ਪ੍ਰੂਫ ਕਰਨ ਵਾਸਤੇ ਕਿ ਮੈਂ ਪ੍ਰੋ ਫਾਰਮਰ ਹਾਂ। ਮੋਟੀ ਗੱਲ ਦੱਸ ਦਿਓ ਸਰ, ਐਮਐਸਪੀ ਲਾਗੂ ਕੀਤੀ ਇਹਨਾਂ ਨੇ, 2616 ਰੁਪਏ ਦਾ ਰੇਟ ਐਮਐਸਪੀ ਕੱਢਿਆ। ਕਿੰਨੇ ਕਿਸਾਨਾਂ ਨੂੰ ਦਿੱਲੀ 'ਚ ਐਮਐਸਪੀ ਮਿਲੀ ਦੱਸ ਦਿਓ? 20,000 ਤੋਂ ਉੱਤੇ ਕਿਸਾਨ ਹੈ ਦਿੱਲੀ 'ਚ। ਕੁੱਲ ਮਿਲਾ ਕੇ 5 ਕਿਸਾਨਾਂ ਨੂੰ ਦਿੱਲੀ 'ਚ 2616 ਦੀ ਐਮਐਸਪੀ ਦਿੱਤੀ। ਕੁੱਲ ਮਿਲਾ ਕੇ 500 ਕੁਇੰਟਲ ਕੁੱਲ ਸਾਰਾ ਜਾ ਕੇ ਇਹਨਾਂ ਨੇ ਕਣਕ ਚੱਕੀ। ਸੱਚ ਜਿਹੜੀ ਹੈ ਇਹ ਡਰਾਮਾ ਕੰਪਨੀ ਹੈ, ਇਹ ਡਰਾਮਾ ਕੰਪਨੀ ਹੈ। ਡਰਾਮੇ ਕਰਨ ਤੋਂ ਜ਼ਿਆਦਾ ਕੁਛ ਨਹੀਂ, ਥੀਏਟਰ ਕਰਨ ਤੋਂ ਜ਼ਿਆਦਾ ਕੁਛ ਨਹੀਂ। ਅੱਜ ਇਹ ਦਿੱਲੀ ਅਸੈਂਬਲੀ ਨਹੀਂ, ਸ਼੍ਰੀ ਰਾਮ ਆਰਟ ਜਿਹੜਾ ਸੈਂਟਰ ਹੈਗਾ ਮੰਡੀ ਹਾਊਸ, ਉੱਥੇ ਦਾ ਸੀਨ ਸੀ। ਠੀਕ ਹੈ, ਮੈਂ ਆਰਪੀ ਸਿੰਘ ਜੀ ਤੁਹਾਡੇ ਕੋਲ ਆ ਰਹੇ ਹਾਂ। ਇਸ ਵਿਚਾਲੇ ਸਾਡੇ ਨਾਲ ਕੁਲਤਾਰ ਸੰਧਵਾ ਜੀ ਜੁੜ ਚੁੱਕੇ ਨੇ। ਕੁਲਤਾਰ ਜੀ, ਆਵਾਜ਼ ਆ ਰਹੀ ਹੈ ਮੇਰੀ ਤੁਹਾਡੇ ਤੱਕ? ਬਿਲਕੁਲ ਜੀ, ਆ ਰਹੀ ਹੈ ਜੀ। ਬਿਲਕੁਲ। ਤਾਂ ਤੁਹਾਡਾ ਰਿਐਕਸ਼ਨ, ਕਿਉਂਕਿ ਇਸ ਸਮੇਂ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਕਾਨੂੰਨ ਰੱਦ ਕੀਤੇ ਤੁਹਾਡੀ ਪਾਰਟੀ ਨੇ, ਉੱਥੇ ਤੁਹਾਡੀ ਪਾਰਟੀ ਦੀ ਸਰਕਾਰ ਹੈ, ਤੇ ਵਿਰੋਧੀ ਕਹਿ ਰਹੇ ਨੇ ਕਿ ਡਰਾਮਾ ਕੀਤਾ ਗਿਆ ਹੈ। ਕਾਂਗਰਸ ਕਹਿ ਰਹੀ ਹੈ ਕਿ ਜਦੋਂ ਲੋੜ ਸੀ ਉਦੋਂ ਤੁਸੀਂ ਕੀਤਾ ਨਹੀਂ, ਹੁਣ ਤੁਸੀਂ ਕਾਨੂੰਨ ਪਹਿਲਾਂ ਲਾਗੂ ਕੀਤੇ ਤੇ ਹੁਣ ਉਹਨਾਂ ਨੂੰ ਰੱਦ ਕਰ ਰਹੇ ਹੋ, ਜਦਕਿ ਬੀਜੇਪੀ ਕਹਿ ਰਹੀ ਹੈ ਕਿ ਤਾਂ ਵਿਧਾਨ ਸਭਾ ਦਾ ਸੀਨ ਨਹੀਂ ਲੱਗ ਰਿਹਾ ਸੀ, ਇਹ ਲੱਗ ਰਿਹਾ ਸੀ ਜਿਵੇਂ ਮੰਡੀ ਹਾਊਸ ਦਾ ਕੋਈ ਸੀਨ ਹੋਵੇ। ਦੇਖੋ ਜੀ, ਵਿਧਾਨ ਸਭਾ ਨੂੰ ਇਸ ਤਰ੍ਹਾਂ ਡਰਾਮਾ ਹਾਊਸ ਕਹਿਣਾ, ਪਹਿਲੀ ਗੱਲ ਵਿਧਾਨ ਸਭਾ ਦੀ ਜਿਹੜੀ ਮਰਿਆਦਾ ਉਹਦੇ ਖਿਲਾਫ ਹੈ। ਇਹਨਾਂ ਦੇ ਖਿਲਾਫ ਐਕਸ਼ਨ ਵੀ ਹੋ ਸਕਦਾ। ਚਲੋ ਉਹ ਤਾਂ ਵੱਖਰੀ ਗੱਲ ਹੈ, ਕਰਨਾ ਕਿ ਨਹੀਂ ਕਰਨਾ। ਗੱਲ ਇਹ ਹੈ ਵੀ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਪਾਰਟੀ ਨੇ ਐਫੀਡੇਵਿਟ ਦਿੱਤਾ ਹੋਵੇ ਜੀ ਵੋਟਾਂ ਠੱਗਣ ਤੋਂ ਬਾਅਦ ਕਿ ਅਸੀਂ ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਤੇ ਲਾਗੂ ਕਰਾਂਗੇ ਔਰ ਕਿਸਾਨਾਂ ਦਾ ਆਮਦਨ ਦੁੱਗਣੀ ਕਰਾਂਗੇ, ਉਸ ਤੋਂ ਬਾਅਦ ਐਫੀਡੇਵਿਟ ਦਿੱਤਾ ਵੀ ਅਸੀਂ ਲਾਗੂ ਨਹੀਂ ਕਰ ਸਕਦੇ, ਉਹ ਇਹ ਕੀ ਕਰਨਗੇ? ਇਹ ਸਿਰਫ ਤੇ ਸਿਰਫ ਜਿਨ੍ਹਾਂ ਦੇ ਟੁਕੜਿਆਂ ਤੇ ਪਲਦੇ ਆ ਨਾ, ਇਹ ਸਿਰਫ ਉਹਨਾਂ ਲਈ ਕਾਨੂੰਨ ਬਣਾਏ ਆ। ਕਿਸੇ ਕਿਸਾਨ ਨੇ ਮੰਗੇ ਨਹੀਂ ਸੀ, ਕਿਸੇ ਯੂਨੀਅਨ ਨੇ ਨਹੀਂ ਮੰਗੇ ਸੀ। ਇਹਨਾਂ ਨੇ ਅੰਬਾਨੀਆਂ ਅਡਾਨੀਆਂ ਦਾ ਘਰ ਪੂਰਾ ਕਰਨਾ ਸੀ, ਜਿਨ੍ਹਾਂ ਦੇ ਜਹਾਜ਼ਾਂ ਤੇ ਚੜ੍ਹਦੇ ਰਹੇ ਆ। ਇਹ ਤੁਸੀਂ ਦੇਖਿਆ ਨਾ, ਅਡਾਨੀ ਦੇ ਜਹਾਜ਼ ਤੇ ਆਏ ਸੀ ਉੱਥੋਂ ਮੋਦੀ ਸਾਹਿਬ। ਸੋ ਇਹ ਗੱਲ ਵੱਖਰੀ ਆ। ਹੁਣ ਜਿਹੜਾ ਵਿਧਾਨ ਸਭਾ ਦੇ ਵਿੱਚ ਦਿੱਲੀ ਅਰਵਿੰਦ ਕੇਜਰੀਵਾਲ ਨੇ ਕੀਤਾ, ਉਹਨਾਂ ਨੇ ਆਪਦਾ ਵਿਰੋਧ ਦਰਜ ਕਰਾਇਆ। ਵਿਧਾਨ ਸਭਾ ਕੋਈ ਵੀ ਸਟੇਟ ਦੀ ਕਿਸੇ ਦੀ ਸੈਂਟਰ ਦਾ ਬਣਾਇਆ ਹੋਇਆ ਕਾਨੂੰਨ ਰੱਦ ਨਹੀਂ ਕਰ ਸਕਦੀ ਜੀ। ਉਹਨਾਂ ਨੇ ਆਪਦਾ ਵਿਰੋਧ ਦਰਜ ਕਰਾਇਆ। ਇਹ ਵਿਰੋਧ ਦਰਜ ਕਰਾਉਣ ਦਾ ਤਰੀਕਾ ਇੱਕੋ ਇੱਕ ਸੀ ਉਹਨਾਂ ਕੋਲੇ। ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਨੇ ਜੰਤਰ ਮੰਤਰ ਤੇ ਜਾ ਕੇ ਮੰਗ ਕੀਤੀ ਵੀ ਐਮਐਸਪੀ ਸਾਰੇ ਦੇਸ਼ ਦੇ ਕਿਸਾਨਾਂ ਨੂੰ ਮਿਲਣੀ ਚਾਹੀਦੀ। ਕਿਉਂ ਨਹੀਂ ਮਿਲਣੀ ਚਾਹੀਦੀ ਬਈ? ਜੇ ਕੋਈ ਜਰਾਬਾ ਬਣਾਉਂਦਾ, ਜੇ ਕੋਈ ਬਲਬ ਬਣਾਉਂਦਾ, ਉਹ ਆਪਦੀ ਕੀਮਤ ਐਮਐਸਪੀ ਦਿੰਦੇ ਨਹੀਂ। ਉਹ ਕਹਿੰਦੇ ਤੁਸੀਂ ਦਿੱਲੀ ਦੇ ਵਿੱਚ ਐਮਐਸਪੀ ਨਹੀਂ ਦਿੱਤੀ, 500 ਕੁਇੰਟਲ ਕਣਕ ਚੱਕੀ ਹੈ ਬਸ। ਇਹਨਾਂ ਦੀ ਮੇਰੀ ਸੁਣੋ ਗੱਲ, ਇਹਨਾਂ ਦੀ ਪਾਰਟੀ ਨੇ
ਉਹ ਕਿਸਾਨਾਂ ਦੀ ਜਿਹੜੇ ਕਹਿੰਦੇ ਨੇ ਅਸੀਂ ਕਿਸਾਨਾਂ ਦੇ ਹਿਤੈਸ਼ੀ ਆ ਜੀ। ਵੀ ਇਹਨਾਂ ਦੀ ਪਾਰਟੀ ਨੇ ਜਿਹੜੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੁੰਦੀਆਂ ਉਹਦੇ ਅੰਕੜੇ ਦੇਣੇ ਬੰਦ ਕਰਤੇ ਵੀ ਲੋਕ ਇਹਨਾਂ ਨੂੰ ਪੁੱਛ ਨਾ ਸਕੇ। ਔਰ ਇਹ ਆਰਪੀ ਜੀ ਬੈਠੇ ਆ, ਮੈਂ ਇਹਨਾਂ ਦੀ ਬੜੀ ਇੱਜ਼ਤ ਕਰਦਾ ਹਾਂ, ਪੱਤਰਕਾਰ ਨੇ। ਔਰ ਤੁਸੀਂ ਗੁਜਰਾਤ ਦੇ ਕਿਸਾਨਾਂ ਦਾ ਹਜੇ ਤੱਕ ਹੱਲ ਨਹੀਂ ਕੀਤਾ। ਜਿਹੜੇ ਪੰਜਾਬੀ ਜਿਨ੍ਹਾਂ ਦੇ ਵਿਚਾਰਿਆਂ ਨੇ ਆਪਦੀ ਜਾਨਾਂ ਤੇ ਖੇਡ ਕੇ ਉੱਥੇ ਕੱਚ ਚ ਰਿਐਕਸ਼ਨ ਲੈ ਲਈ ਆਪਾਂ ਨਾਲ ਬਸੇ ਦੀ ਜਾ ਕੇ ਪੰਜੇ ਜ਼ਮੀਨਾਂ ਨੂੰ ਉਹਨਾਂ ਨੇ ਕੀਤਾ ਸੀ। ਜਦੋਂ ਤੁਹਾਡੇ ਮੁੱਖ ਮੰਤਰੀ ਸੀ ਮੋਦੀ ਸਾਹਿਬ, ਉਹਨਾਂ ਨੇ ਉੱਥੇ ਤੁਸੀਂ ਧੱਕੇ ਮਾਰ ਕੇ ਕੱਢਣ ਦੀ ਕੋਸ਼ਿਸ਼ ਕੀਤੀ। ਹਿੰਮਤ ਸਿੰਘ ਸ਼ੇਰਗਿੱਲ ਨੇ ਉਹ ਕੇਸ ਲੜਿਆ, ਫਿਰ ਉਹ ਕੇਸ ਹਾਈ ਕੋਰਟ ਤੋਂ ਜਿੱਤ ਕੇ ਕਿਸਾਨ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਫਿਰ ਪਾਇਆ। ਮਤਲਬ ਕੀ ਗੱਲਾਂ ਕਰਦੇ ਹੋ? ਪਰ ਇਹ ਸਮਾਂ ਨਹੀਂ ਹੈ। ਆਪਾਂ ਸਾਰੇ ਜਣੇ ਇਕੱਠੇ ਹੋਈਏ, ਇਕੱਠੇ ਹੋ ਕੇ ਦੇਸ਼ ਦੀ ਆਵਾਜ਼ ਸੁਣੀਏ, ਕਿਸਾਨਾਂ ਦੀ ਆਵਾਜ਼ ਸੁਣੀਏ ਔਰ ਇਹ ਕਾਲੇ ਕਾਨੂੰਨ ਨੂੰ ਵਾਪਸ ਲਈਏ। ਇਕੱਠੇ ਕਿਵੇਂ ਹੋਈ? ਨਹੀਂ, ਇਕੱਠੇ ਕਿਵੇਂ ਹੋਈ ਹੈ? ਪੰਜਾਬ ਸਰਕਾਰ ਨੇ ਰੱਦ ਕੀਤਾ ਤਾਂ ਉਸ ਸਮੇਂ ਦਿੱਲੀ ਦਾ ਵੀ ਸੈਸ਼ਨ ਬੁਲਾ ਲੈਂਦੀ ਨਾ ਸਰਕਾਰ, ਦਿੱਲੀ ਦੀ ਉਸ ਸਮੇਂ ਬੁਲਾ ਲੈਂਦੀ। ਔਜਲਾ ਜੀ ਇਹੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਬੈਕ ਟੂ ਬੈਕ ਚੀਜ਼ਾਂ ਹੁੰਦੀਆਂ। ਦੇਖੋ ਜੀ ਗੱਲ, ਅਰਵਿੰਦ ਕੇਜਰੀਵਾਲ ਡਰਾਮੇ 'ਚ ਵਿਸ਼ਵਾਸ ਨਹੀਂ ਕਰਦਾ, ਉਹ ਕੰਮ ਕਰਦੇ ਵਿਸ਼ਵਾਸ ਕਰਦਾ। ਅਸੀਂ ਉਹਨਾਂ ਨੂੰ ਪਹਿਲਾਂ ਕਿਹਾ ਸੀ ਵੀ ਸੈਸ਼ਨ ਬੁਲਾ ਲਈਏ, ਉਹ ਕਹਿੰਦੇ ਡਰਾਮਾ ਹੋਊਗਾ, ਸਿਰਫ ਆਪਾਂ ਵਿਰੋਧ ਦਰਜ ਕਰਾਉਣਾ ਹੈ। ਚਲੋ ਰਿਐਕਸ਼ਨ ਲੈ ਲਈ ਆਰਪੀ ਸਿੰਘ ਜੀ। ਕੀਤਾ ਉਹ ਡਰਾਮਾ ਸੀ, ਕੈਪਟਨ ਅਮਰਿੰਦਰ ਸਿੰਘ ਨੇ ਜੋ ਕੀਤਾ ਸੀ ਉਹ ਡਰਾਮਾ ਸੀ। ਠੀਕ ਹੈ, ਕਿਉਂਕਿ ਜੇ ਉਹਦੇ ਰੱਦ ਕੀਤੇ ਹੱਲ ਹੋ ਜਾਂਦਾ ਤਾਂ ਕਿਸਾਨਾਂ ਨੂੰ ਇੱਥੇ ਆਉਣ ਦੀ ਕੀ ਲੋੜ ਸੀ? ਸੰਧਵਾ ਸਾਹਿਬ, ਤੁਸੀਂ ਵੀ ਵਿਧਾਨ ਸਭਾ ਦੇ ਅੰਦਰ ਹੋਈ ਕਾਰਵਾਈ ਨੂੰ ਡਰਾਮਾ ਦੱਸ ਰਹੇ ਹੋ, ਤੁਸੀਂ ਦੂਜੇ ਪਾਸੇ ਤੋਹੀਨ ਦੱਸਦੇ ਹੋ। ਆਰਪੀ ਸਿੰਘ ਜੀ ਆਰਪੀ ਸਿੰਘ ਜੀ ਇਹ ਆਪ ਤਾਰੀਫ ਕਰਦੇ ਰਹੇ ਉਹਨਾਂ ਦੀ ਸੀਐਮ ਸਾਹਿਬ ਦੀ। ਦੇਖੋ ਵਿਧਾਇਕ ਸਾਹਿਬ ਨੇ ਹੁਣੇ ਆਪਣੀ ਗੱਲ ਆਪ ਮੋੜਤੀ। ਉਹਨੇ ਕਿਹਾ ਕੈਪਟਨ ਸਾਹਿਬ ਨੇ ਕੀਤਾ ਡਰਾਮਾ ਸੀ, ਕੀਤਾ ਠੀਕ। ਇਹ ਤਾਂ ਮੈਨੂੰ ਤੁਸੀਂ ਕੈਪਟਨ ਸਾਹਿਬ ਨੇ ਕੀਤਾ ਕਹਿੰਦੇ ਡਰਾਮਾ ਸੀ, ਹੁਣ ਅਸੀਂ ਕਰ ਰਹੇ ਹਾਂ ਤਾਂ ਠੀਕ ਹੈ। ਉਹ ਕੈਪਟਨ ਸਾਹਿਬ ਤੇ ਮਤਾ ਲੈ ਕੇ ਆਏ। ਮੈਂ ਇਸ ਗੱਲ ਤੋਂ ਚਲੋ ਸਾਡੀ ਬੇਸ਼ੱਕ ਸਾਡੀ ਲੜਾਈ ਹੋਏ, ਕੈਪਟਨ ਸਾਹਿਬ ਮਤਾ ਲੈ ਕੇ ਆਏ ਬਿੱਲਾਂ ਦੇ ਖਿਲਾਫ। ਤੁਸੀਂ ਸਿਰਫ ਡਰਾਮਾ ਕੀਤਾ ਬਿੱਲਾਂ ਪਾੜਨ ਦਾ। ਪਤਾ ਨਹੀਂ ਬਿੱਲ ਹੈ ਨਹੀਂ ਐਸਾ। ਇੱਕ ਬੇਟੀ ਵਿੱਚ ਨੇ ਬੋਲਾ, ਮੈਂ ਤਾਂ ਰੋਕਿਆ ਕਿਰਪਾ ਕਰਕੇ। ਉਹ ਕਾਗਜ਼ ਪਾੜਦੇ, ਕੋਈ 3 ਕਾਗਜ਼ ਪਾੜਦੇ ਕਹਿੰਦੇ ਬਿੱਲ ਪਾੜਦੇ। ਸਰ ਇਦਾਂ ਕੋਈ ਬਿੱਲ ਪਾੜੇ ਨਹੀਂ ਜਾ ਸਕਦੇ। ਤੁਹਾਨੂੰ ਪਤਾ ਇਹ ਕੋਈ ਕਾਨੂੰਨੀ ਤਰੀਕਾ ਨਹੀਂ ਹੈਗਾ। ਇਹ ਕਾਨੂੰਨ ਮਿਸ ਕਰਕੇ ਕਹਿੰਦਾ ਇਹ ਥੀਏਟਰ ਸੀ, ਕਾਨੂੰਨੀ ਬਿੱਲ ਤਰੀਕਾ ਹੈਗਾ ਸੀ। ਰੈਜ਼ੋਲੂਸ਼ਨ ਲੈ ਕੇ ਆਉਂਦੇ, ਕੋਈ ਆਪਣਾ ਸੁਝਾਅ ਦਿੰਦੇ। ਸੈਂਟਰਲ ਗਵਰਨਮੈਂਟ ਕਹਿੰਦੇ ਸਾਡੇ ਇਹ ਸੁਝਾਅ ਨੇ, ਅਸੀਂ ਇਹ ਅਮੈਂਡਮੈਂਟ ਕਰਨਾ ਚਾਹੁੰਦੇ ਹਾਂ। ਇਹ ਤਰੀਕਾ ਸੀ ਜੀ, ਪਰ ਉਹ ਤੇ ਕਰਨਾ ਨਹੀਂ। ਕਿਉਂਕਿ ਕੇਜਰੀਵਾਲ ਸਾਹਿਬ ਦੀ ਜਿਹੜੀ ਐਕਚੁਅਲ ਹਕੀਕਤ ਹੈ ਉਹ ਦਿੱਲੀ 'ਚ ਇਹਨਾਂ ਨੇ 13,000 ਕਰੋੜ ਰੁਪਏ ਦਿੱਲੀ ਕਾਰਪੋਰੇਸ਼ਨ ਦਾ ਦੇਣਾ ਹੈ। ਉਹਦੇ ਕਰਕੇ ਸਾਰੇ ਮੇਅਰ ਇਹਨਾਂ ਦੇ ਘਰ ਦੇ ਬਾਹਰ ਅੱਜ 10 ਦਿਨ ਤੋਂ ਬੈਠੇ ਨੇ। ਉਹ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹ ਇਹਨਾਂ ਨੇ ਡਰਾਮਾ ਕੀਤਾ। ਕੁਲਤਾਰ ਜੀ ਇੱਕ ਛੋਟਾ ਜਿਹਾ ਰਿਐਕਸ਼ਨ ਦੇ ਦਿਓ, ਉਸ ਤੋਂ ਬਾਅਦ ਮੈਂ ਔਜਲਾ ਜੀ ਦਾ ਰੁਖ ਕਰਾਂ। ਕੁਲਤਾਰ ਜੀ ਦੇਖੋ ਜੀ, ਅਰਵਿੰਦ ਕੇਜਰੀਵਾਲ ਨੇ ਮੰਨ ਲੈਣਾ ਵੀ ਤੁਸੀਂ ਡਰਾਮਾ ਕੀਤਾ। ਜਿਹੜਾ 2500 ਪੈਨਸ਼ਨ ਦਿੱਤਾ ਉਹ ਵੀ ਡਰਾਮਾ ਕੀਤਾ। ਜਿਹੜੇ ਸਕੂਲ ਤੁਸੀਂ ਜਮਾ ਗਰਕ ਕਰਦੇ ਯੂਪੀ ਦੇ ਵਿੱਚ, ਦਿੱਲੀ ਦੇ ਵਿੱਚ ਵਧੀਆ ਬਣਾਤੇ, ਉਹ ਵੀ ਡਰਾਮਾ ਮੰਨ ਲੈਂਦੇ ਆ। ਜਿਹੜੇ ਹਸਪਤਾਲ ਬਹੁਤ ਵਧੀਆ ਦਿੱਲੀ ਦੇ ਵਿੱਚ ਬਣ ਗਏ ਆ ਔਰ ਯੂਪੀ ਦੇ ਵਿੱਚ ਤੁਹਾਡੀ ਜਿੰਨੀਆਂ ਵੀ ਸਟੇਟਾਂ, ਜਿੰਨੀਆਂ ਤੁਹਾਡੀ ਬੀਜੇਪੀ ਦੀਆਂ ਕਾਂਗਰਸ ਦੀਆਂ ਰੂਲਡ ਸਟੇਟਾਂ, ਉੱਥੇ ਲੋਕ ਮਰਦੇ ਪਏ ਆ। ਫਿਰ ਇਸ ਤਰ੍ਹਾਂ ਦੇ ਡਰਾਮੇ ਵੀ ਚੰਗੇ ਆ। ਪਰ ਮੈਂ ਹੁਣੇ ਗੱਲ ਕਹਿਣਾ ਵੀ ਆਪਣੇ ਲੜਨ ਦੀ ਲੋੜ ਨਹੀਂ ਹੈ। ਉਹ ਤੁਸੀਂ ਤਾਂ ਸਮਝ ਜਾਓ, ਤੁਸੀਂ ਗੁਜਰਾਤ ਵਾਲਾ ਹੀ ਕਰਾ ਦਿਓ। ਤੁਸੀਂ ਬੀਜੇਪੀ ਦੇ ਵਿੱਚ ਬੈਠੇ ਹੋ, ਸਾਡੇ ਗੁਜਰਾਤ ਵਾਲੇ ਕਿਸਾਨਾਂ ਦਾ ਹੀ ਹੱਲ ਕਰਾ ਦਿਓ। ਇਹਨਾਂ ਬਿੱਲਾਂ ਨੂੰ ਤਾਂ ਅਸੀਂ ਆਪੇ ਕਰਾ ਲਾਂਗੇ। ਇਹ ਤਾਂ ਕਾਲੇ ਕਾਨੂੰਨ, ਇਹਦਾ ਵਾਪਸ ਹੋ ਹੀ ਲਓ। ਇਹ ਹੋ ਜਾਣੇ ਵਾਪਸ, ਇਹਨਾਂ ਨੂੰ ਕਰਨੇ ਪੈਣੇ ਆ। ਇਹ ਕੋਈ ਗੱਲ ਨਹੀਂ ਹੈ। ਔਰ ਅਰਵਿੰਦ ਕੇਜਰੀਵਾਲ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਨੇ। ਸਾਨੂੰ ਉਹਨਾਂ ਨੇ ਕਿਹਾ ਬਤੌਰ ਸੇਵਾਦਾਰ ਅਸੀਂ ਲੱਗੇ ਆ, ਭਾਵੇਂ ਕੋਈ ਕਮੋੜ ਦੀ ਉੱਥੇ ਲੋੜ ਹੋਵੇ, ਕੰਬਲਾਂ ਦੀ ਲੋੜ ਹੋਵੇ, ਲੰਗਰ ਦੀ ਲੋੜ ਹੋਵੇ, ਦਵਾਈਆਂ ਦੀ ਲੋੜ ਹੋਵੇ, ਸਫਾਈ ਦੀ ਲੋੜ ਹੋਵੇ, ਪਾਣੀ ਦੀ ਲੋੜ ਹੋਵੇ, ਅਸੀਂ ਬਤੌਰ ਸੇਵਾਦਾਰ ਉੱਥੇ ਕਰ ਰਹੇ ਹਾਂ ਔਰ ਕਰਦੇ ਰਹਾਂਗੇ। ਔਰ ਸਾਰੇ ਐਮਐਲਏ ਲੱਗੇ ਹੋਏ ਨੇ ਦਿੱਲੀ ਦੇ, ਪੰਜਾਬ ਦੇ ਐਮਐਲਏ ਲੱਗੇ ਨੇ, ਲੀਡਰ ਆਫ ਆਪੋਜੀਸ਼ਨ ਲੱਗੇ ਨੇ। ਅਸੀਂ ਸਾਰੇ ਕਰਦੇ ਰਹਾਂਗੇ ਜੀ। ਠੀਕ ਹੈ, ਮੈਂ ਆਣਾ ਤੁਹਾਡੇ ਕੋਲ ਵਾਪਸ। ਆਰਪੀ ਸਿੰਘ ਜੀ ਕੁਝ ਕਹਿਣਾ ਚਾਹ ਰਹੇ ਨੇ, ਪਰ ਮੈਂ ਇੱਕ ਔਜਲਾ ਜੀ ਦਾ ਰਿਐਕਸ਼ਨ ਲੈਣਾ। ਔਜਲਾ ਜੀ ਤੁਸੀਂ ਕਹਿ ਰਹੇ ਹੋ ਕਿ ਹਿਮਾਇਤ ਕੀਤੀ ਸੀ ਸੰਧਵਾ ਜੀ ਨੇ, ਉਹ ਦੱਸ ਰਹੇ ਨੇ ਡਰਾਮਾ। ਦੇਖੋ ਪੋਲੀਟੀਕਲ ਤਾਂ ਇਸ਼ੂ ਹੋ ਜਾਂਦਾ ਹੈ ਔਜਲਾ ਜੀ, ਇਸ ਕਰਕੇ ਰਿਐਕਸ਼ਨ ਵੀ ਜ਼ਰੂਰੀ ਹੈ। ਕਿ ਤੁਹਾਨੂੰ ਲੱਗਦਾ ਹੈ ਕਿ ਉਸ ਸਮੇਂ ਜੇ ਦਿੱਲੀ ਸਰਕਾਰ ਵੀ ਕਦਮ ਚੁੱਕ ਲੈਂਦੀ ਰੱਦ ਕਰਨ ਵਾਲਾ ਤਾਂ ਸ਼ਾਇਦ ਜ਼ਿਆਦਾ ਇੰਪੈਕਟਫੁਲ ਹੁੰਦਾ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਦੇਖੋ ਜੀ, ਉਹ ਤੇ ਬੜੀ ਕਲੀਅਰ ਜੀ ਗੱਲ ਹੈ ਕਿ ਜਦੋਂ ਇਹਨਾਂ ਨੇ ਆਪ ਹੀ ਤੇ ਸਿੱਧਵਾ ਸਾਹਿਬ ਵੀ ਉੱਥੇ ਤਾਰੀਫਾਂ ਕਰ ਰਹੇ ਸੀ ਸੀਐਮ ਸਾਹਿਬ ਦੀਆਂ, ਤੁਸੀਂ ਅੱਗੇ ਲੱਗੋ, ਬਿੱਲ ਬਹੁਤ ਵਧੀਆ ਨੇ, ਅਸੀਂ ਤੁਹਾਡੇ ਨਾਲ ਚੱਲਾਂਗੇ, ਜਿੱਥੋਂ ਤੱਕ ਲੜਾਈ ਲੜੋਗੇ ਲੜਾਂਗੇ। ਇਹਨਾਂ ਦਾ ਔਨ ਰਿਕਾਰਡ ਹੈ ਵਿਧਾਨ ਸਭਾ 'ਚ। ਮੈਂ ਵੀ ਬਾਈ ਚਾਂਸ ਉਸ ਦਿਨ ਉੱਥੇ ਹੀ ਸੀ ਜਿੱਦਣ ਬਿੱਲ ਪਾਸ ਹੋਏ ਆ ਵਿਧਾਨ ਸਭਾ 'ਚ ਪੰਜਾਬ ਦੀ 'ਚ। ਤੇ ਸੋ ਉਸ ਤੋਂ ਬਾਅਦ ਇੱਕਦਮ ਯੂ ਟਰਨ ਲੈਣਾ। ਮੇਰਾ ਮਕਸਦ ਕਹਿਣ ਦਾ ਇਹ ਹੈ ਕਿ ਜਿਹੜਾ ਇਹ ਇੱਕ ਲਹਿ ਬਣੀ ਹੁੰਦੀ ਆ, ਇਹ ਹਫ਼ਤੇ 10 ਦਿਨ 15 ਦਿਨ 'ਚ ਇਹ ਵੀ ਕਰ ਦਿੰਦੇ ਪਾਸ, ਬਿਲਕੁਲ ਲਿਆ ਕੇ ਮਤਲਬ ਬਿੱਲ ਲਿਆ ਕੇ ਤੇ ਉੱਥੇ ਪਾਸ ਕਰ ਦਿੰਦੇ ਇਹਦੇ ਵਿਰੋਧ ਦੇ ਵਿੱਚ, ਤੇ ਆਪੇ ਕੰਮ ਖਤਮ ਹੋ ਜਾਂਦਾ। ਹੁਣ ਉਹ ਬਿੱਲ ਪਾੜ ਕੇ ਵਿਰੋਧ ਦਰਜ ਕਰਨਾ, ਉਹ ਤੇ ਫਿਰ
ਉਹਦਾ ਤੇ ਕੋਈ ਉਹਦੇ ਬਾਹਰ ਵੀ ਕਰ ਲੈਂਦੇ, ਉਹਦੇ ਚ ਕੀ ਉਹਦਾ ਚ ਕੋਈ ਫਰਕ ਨਹੀਂ ਪੈਂਦਾ, ਵਿਧਾਨ ਸਭਾ ਦੇ ਅੰਦਰ ਕਰ ਲਿਓ ਜਾਂ ਬਾਹਰ ਕਰ ਲਿਓ। ਪਰ ਹੁਣ ਜਿਹੜਾ ਇਸ ਵੇਲੇ ਮੁੱਦਾ ਹੈ ਨਾ, ਇਸ ਵੇਲੇ ਇਹਨਾਂ ਦੀ ਚਰਚਾ ਨਾਲ ਮੇਰੀ ਗੱਲ ਸੁਣਿਓ ਜੀ, ਠੀਕ ਹੈ, ਤੁਸੀਂ ਕੰਪਲੀਟ ਕਰ ਲਓ, ਔਜਲਾ ਜੀ। ਦੇਖੋ ਮੇਰਾ ਮਕਸਦ ਹੈ, ਤੁਸੀਂ ਜਿਹੜੀ ਡਿਬੇਟ ਦਾ ਇਸ ਵੇਲੇ ਜਿਹੜਾ ਡਾਇਰੈਕਸ਼ਨ ਹੈ ਨਾ ਜੀ, ਉਹ ਸਿੱਧਾ ਇਸ ਵੇਲੇ ਕਿਸਾਨ ਦਾ ਵਰਸਸ ਕੇਂਦਰ ਗਵਰਨਮੈਂਟ ਦਾ ਜਿਹੜਾ ਧਿਆਨ ਹੈ ਉਹਦੇ ਤੇ ਆਪਾਂ ਕੇਂਦਰ ਕਰੀਏ, ਕਿਉਂਕਿ ਕਿੱਥੇ ਖੜੇ ਆ ਇਸ ਵੇਲੇ, ਔਰ ਜਿਹੜੇ ਸੁਪਰੀਮ ਕੋਰਟ ਦੀਆਂ ਜਿਹੜੀ ਆ ਮੂਵਮੈਂਟ ਹੋਈ ਆ, ਇਹਦੇ ਨਾਲ ਕੀ ਅਸਰ ਪੈਣ ਵਾਲਾ, ਕੀ ਇਹਦੇ ਨਾਲ ਮਾੜਾ ਹੋਣ ਵਾਲਾ, ਕੀ ਚੰਗਾ ਹੋ ਸਕਦਾ ਹੈ। ਕਿਉਂਕਿ ਵੇਖੋ ਇਸ ਵੇਲੇ ਸਾਡੀਆਂ ਇਹਨਾਂ ਡਿਬੇਟਾਂ 'ਚ ਅਸੀਂ ਇਹਨਾਂ ਨੂੰ ਕੁਝ ਕਹੀ ਜਾਣਾ, ਇਹਨਾਂ ਸਾਨੂੰ ਕੁਝ ਕਹੀ ਜਾਣਾ, ਇਹ 'ਚ ਮਤਲਬ ਕੋਈ ਨਹੀਂ ਗਾ ਸਾਡਾ ਇਹਨਾਂ ਨਾਲ। ਅਸੀਂ ਤੇ ਇੱਕ ਡਾਇਰੈਕਸ਼ਨ ਤੇ ਚੱਲ ਰਹੇ, ਡੇ 1 ਤੋਂ ਵਿਰੋਧਤਾ ਕਰਦੇ ਆ ਰਹੇ ਹਾਂ, ਔਰ ਅੱਜ ਵੀ ਸਾਨੂੰ ਹਫਤਾ ਹੋ ਗਿਆ, ਅੱਜ 10ਵਾਂ ਦਿਨ ਆ, ਅਸੀਂ ਸ਼ੀਤ ਤੁਹਾਡੇ ਸਾਹਮਣੇ ਹੱਡ ਚੀਰਵੀਂ ਠੰਡ ਹੈ, ਔਰ ਬਾਹਰ ਅਸੀਂ ਪਏ ਆ ਉਹਦੇ ਵਿੱਚ ਫੁੱਟਪਾਥ ਦੇ ਉੱਤੇ, ਮੈਂਬਰ ਪਾਰਲੀਮੈਂਟ ਸਾਰੇ ਅਸੀਂ ਤਿੰਨੋਂ ਹੀ ਤੁਹਾਡੇ ਸਾਹਮਣੇ ਆ। ਸੋ ਵਿਰੋਧ ਦਰਜ ਕਰਨਾ ਹੈ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਖੁੱਲਣੀਆਂ ਨੇ, ਕੇਜਰੀਵਾਲ ਤੱਕ ਹਰ ਚੀਜ਼, ਕੇਜਰੀਵਾਲ ਸਾਹਿਬ ਨੂੰ ਤੇ ਆਪ ਪਤਾ ਇਹ ਸੰਘਰਸ਼ ਪੈਦਾ ਹੋਏ, ਕੇਜਰੀਵਾਲ ਸਾਹਿਬ ਨਿਊਜ਼ 18 ਪੰਜਾਬ ਦੀ ਕੋਸ਼ਿਸ਼ ਇਹੀ ਹੈ ਕਿ ਹਰ ਚੀਜ਼ ਪਹੁੰਚੇ, ਕਿਸਾਨਾਂ ਤੱਕ ਹਰ ਚੀਜ਼ ਪਹੁੰਚੇ, ਕੋਸ਼ਿਸ਼ ਸਾਡੀ ਇਹੀ ਹੈ ਕਿ ਮੇਰੀ ਬੇਨਤੀ ਆ, ਨਹੀਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੇਰਾ ਮਕਸਦ ਇਹੀ ਹੈ ਕਿ ਕੇਜਰੀਵਾਲ ਸਾਹਿਬ ਸੰਘਰਸ਼ ਚੋਂ ਪੈਦਾ ਹੋਈ, ਉਹਨਾਂ ਨੂੰ ਇਸ ਵੇਲੇ ਬਾਹਰ ਆਉਣਾ ਚਾਹੀਦਾ, ਸੜਕ ਤੇ ਬਹਿਣ, ਆਪਾਂ ਨੂੰ ਲੋੜ ਕੀ, ਇਹਨਾਂ ਨੂੰ ਪਤਾ ਕਿੱਦਾਂ ਇਸ ਸੰਘਰਸ਼ ਚੋਂ ਪੈਦਾ ਹੋਏ ਆ, ਉਹ ਸੰਘਰਸ਼ ਕਰਨ। ਹੁਣ ਸਿਰਫ 1-2 ਦਿਨ ਦੀਆਂ ਖਬਰਾਂ ਤੱਕ ਨਾ ਸੀਮਿਤ ਰੱਖਿਆ ਜਾਵੇ ਵੀ ਅੱਜ ਦੀ ਸੁਰਖੀ ਬਣ ਗਈ, ਕੱਲ ਦੀ ਖਬਰ ਆ, ਇਹਨੂੰ ਗਰਾਊਂਡ ਤੇ ਲੈ ਕੇ ਆਈਏ, ਜੇ ਕੇਂਦਰ ਸਰਕਾਰ ਨਾਲ ਮੱਥਾ ਲਾਉਣਾ, ਔਰ ਬਾਹ ਨਾ ਬਾਹ ਫੜ ਕੇ ਲਾਈਏ, ਕੋਈ ਕਸਰ ਨਾ ਛੱਡੀਏ ਕਿਸੇ ਬੰਨਿਓ ਵੀ। ਚਲੋ ਠੀਕ ਹੈ, ਮੈਨੂੰ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਣਾ ਹੋਏਗਾ, ਉਸ ਤੋਂ ਬਾਅਦ ਆਰਪੀ ਸਿੰਘ ਜੀ ਮੈਂ ਤੁਹਾਡਾ ਰੁਕ ਕਰਾਂਗਾ। ਫੋਨ ਲਾਈਨ ਤੇ ਇਸ ਸਮੇਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡੇ ਨਾਲ ਬੂਟਾ ਸਿੰਘ ਸ਼ਾਦੀਪੁਰ ਜੀ ਵੀ ਜੁੜ ਰਹੇ ਨੇ, ਪ੍ਰਧਾਨ ਨੇ ਭਾਰਤੀ ਕਿਸਾਨ ਮੰਚ ਏਕਤਾ ਦੇ। ਬੂਟਾ ਸਿੰਘ ਜੀ ਸਾਡੇ ਨਾਲ ਬਣੇ ਰਹਿਣਾ, ਮੈਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ, ਤੁਹਾਡੇ ਨਾਲ ਵੀ ਗੱਲਬਾਤ ਕਰਾਂਗਾ। ਕਿਸਾਨ ਆਗੂ ਇਸ ਸਮੇਂ ਕੀ ਸੋਚ ਰਹੇ ਨੇ ਦਿੱਲੀ ਵਿਧਾਨ ਸਭਾ ਦੇ ਅੰਦਰ ਹੋਈ ਕਾਰਵਾਈ ਨੂੰ ਲੈ ਕੇ, ਤੇ ਨਾਲ ਹੀ ਸੁਪਰੀਮ ਕੋਰਟ ਦੇ ਵਿੱਚ ਹੋਈ ਸੁਣਵਾਈ ਨੂੰ ਲੈ ਕੇ। ਛੋਟਾ ਜਿਹਾ ਬ੍ਰੇਕ ਤੋਂ ਉਸ ਪਾਰ ਚਰਚਾ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਅੱਜ ਚਰਚਾ ਕਰ ਰਹੇ ਹਾਂ ਸੁਪਰੀਮ ਕੋਰਟ ਦੇ ਵਿੱਚ ਹੋਈ ਸੁਣਵਾਈ ਤੇ ਦਿੱਲੀ ਵਿਧਾਨ ਸਭਾ ਦੇ ਅੰਦਰ ਜੋ ਬਿੱਲ ਰੱਦ ਕੀਤੇ ਗਏ ਨੇ, ਕੇਂਦਰੀ ਕਾਨੂੰਨ ਰੱਦ ਕੀਤੇ ਗਏ ਨੇ, ਤੇ ਨਾਲ ਹੀ ਕਾਪੀਆਂ ਪਾੜੀਆਂ ਗਈਆਂ ਨੇ। ਇਸੇ ਦੇ ਨਾਲ ਜੁੜਿਆ ਹੋਇਆ ਸਾਡਾ ਅੱਜ ਦਾ ਸਵਾਲ ਕਿ ਦਿੱਲੀ ਵਿਧਾਨ ਸਭਾ ਦੇ ਵੱਲੋਂ ਬਿੱਲ ਰੱਦ ਕਰਨ ਦੇ ਨਾਲ ਕਿ ਕੇਂਦਰ ਤੇ ਦਬਾਅ ਪਏਗਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਕੇਂਦਰ ਸਰਕਾਰ ਤੇ ਦਬਾਅ ਪਏਗਾ ਤਾਂ ਤੁਸੀਂ ਟਾਈਪ ਕਰੋ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਇਸ ਦੇ ਨਾਲ ਦਬਾਅ ਨਹੀਂ ਪਏਗਾ ਤਾਂ ਟਾਈਪ ਕਰੋ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ N। ਇਸ ਨੂੰ ਭੇਜ ਦਿਓ 56677 ਦੇ ਉੱਤੇ। ਤੁਹਾਡੀ ਰਾਏ ਅਸੀਂ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਦਿਖਾਵਾਂਗੇ। ਛੋਟਾ ਜਿਹਾ ਬ੍ਰੇਕ ਦੇ ਉਸ ਪਾਰ ਕਰਾਂਗੇ ਚਰਚਾ ਦੀ ਸ਼ੁਰੂਆਤ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ। ਅੱਜ ਅਸੀਂ ਗੱਲ ਕਰ ਰਹੇ ਹਾਂ ਕਿਸਾਨਾਂ ਦੀ। ਕਿਸਾਨੀ ਅੰਦੋਲਨ ਸੁਪਰੀਮ ਕੋਰਟ ਤੱਕ ਵੀ ਹੈ ਤੇ ਸਭ ਦੇ ਵਿਚਾਲੇ ਵਿਧਾਨ ਸਭਾ, ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਵੀ ਇਹ ਪੂਰਾ ਮੁੱਦਾ ਗੂੰਜਿਆ ਹੈ। ਮਹਿਮਾਨ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ। ਇਸ ਸੈਗਮੈਂਟ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਕਿਸਾਨ ਯੂਨੀਅਨ ਦੇ ਆਗੂ ਤੋਂ। ਸਾਡੇ ਨਾਲ ਬੂਟਾ ਸਿੰਘ ਸ਼ਾਦੀਪੁਰ ਜੀ ਨੇ ਜੋ ਭਾਰਤੀ ਕਿਸਾਨ ਮੰਚ ਦੇ ਪ੍ਰਧਾਨ ਨੇ। ਬੂਟਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਮੇਰਾ ਪਹਿਲਾ ਸਵਾਲ ਤੁਹਾਨੂੰ ਇਹੀ ਹੈ ਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਦਿੱਲੀ ਦੀ ਸਰਕਾਰ ਨੇ ਬਿੱਲ ਰੱਦ ਵੀ ਕੀਤੇ ਤੇ ਕਾਨੂੰਨ ਦੀਆਂ ਕਾਪੀਆਂ ਵੀ ਪਾੜ ਦਿੱਤੀਆਂ। ਮੈਂ ਸੁਪਰੀਮ ਕੋਰਟ ਵਾਲੇ ਪੂਰੇ ਇਸ਼ੂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਂ, ਪਰ ਪਹਿਲਾਂ ਦਿੱਲੀ ਸਰਕਾਰ ਦੇ ਅਰਵਿੰਦ ਕੇਜਰੀਵਾਲ ਦੇ ਇਸ ਕਦਮ ਨੂੰ ਕਿਸਾਨ ਜਥੇਬੰਦੀਆਂ ਕਿਵੇਂ ਦੇਖ ਰਹੀਆਂ ਨੇ? देखो मेरे को इसके बारे में इन्फॉर्मेशन कोई है नहीं। मैं देखा जाए सारा दिन संत बाबा राम सिंह जी सिंगड़े वाले जेडे कल हादसा वापरिया जी, सारा दिन उत्ते रहे। अज उतो असीं वापसी आ रहे हैं जी रस्ते में जी। इस करके इहदे बारे मैनूं कोई इन्फॉर्मेशन नहीं कि इन्होंने की कीता है की नहीं कीता। राजसी पार्टियां जो कर रही ने अपने वहेज से अपने हिसाब नाल उन्हां नूं पता है वो की करदियां ने, लेकिन ज्यादातर राजसी पार्टियां अपना पता कढ़ण का यतन करदियां ने। ज्यादा अपना पता ने भी सानू किधरों फायदा होता है ਇਹੋ ਜੀ ਗੱਲ। ਪਰ ਮੈਨੂੰ ਇਹਦੇ ਬਾਰੇ ਮੈਂ ਨਾ ਪੜਿਆ ਨਾ ਮੈਂ ਸੁਣਿਆ। ਚਲੋ ਠੀਕ ਹੈ, ਮੈਂ ਤੁਹਾਨੂੰ ਥੋੜਾ ਜਿਹਾ ਤਫਸੀਲ ਥੋੜਾ ਜਿਹਾ ਸੰਖੇਪ ਦੇ ਵਿੱਚ ਦੱਸ ਦਿੰਨਾ ਸ਼ਾਦੀਪੁਰ ਜੀ। ਉਸ ਤੋਂ ਬਾਅਦ ਮੈਂ ਤੁਹਾਡੇ ਤੋਂ ਸਵਾਲ ਵੀ ਲਵਾਂਗਾ। ਦਰਅਸਲ ਇੱਕ ਦਿਨਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ ਦਿੱਲੀ ਸਰਕਾਰ ਦੇ ਵੱਲੋਂ ਵਿਧਾਨ ਸਭਾ ਦਾ। ਉਸ ਦੇ ਵਿੱਚ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬੋਲੇ ਤੇ ਉਹਨਾਂ ਨੇ ਕਿਸਾਨਾਂ ਦੀ ਹਮਾਇਤ ਦਾ ਐਲਾਨ ਵੀ ਕੀਤਾ ਤੇ ਨਾਲ ਕੀ ਬਿੱਲ ਰੱਦ ਕਰਨ ਦਾ ਐਲਾਨ ਵੀ ਕੀਤਾ ਕਿ ਦਿੱਲੀ ਵਿਧਾਨ ਸਭਾ ਇਹ ਬਿੱਲ ਰੱਦ ਕਰਦੀ ਹੈ ਤੇ ਨਾਲ ਇਹ ਵੀ ਕਿਹਾ ਕਿ ਅਸੀਂ ਬਿੱਲ ਫਾੜ ਰਹੇ ਹਾਂ। ਬਕਾਇਦਾ ਬਿੱਲ ਦੀਆਂ ਕਾਪੀਆਂ ਵਿਧਾਨ ਸਭਾ ਦੇ ਅੰਦਰ ਪਾੜੀਆਂ ਵੀ ਗਈਆਂ। ਚਲੋ ਮੈਂ ਤੁਹਾਡੇ ਤੋਂ ਇਸ ਦੇ ਉੱਤੇ ਅੱਗੇ ਰਿਐਕਸ਼ਨ ਲਵਾਂਗਾ। ਮੈਂ ਆਪਣੇ ਬਾਕੀ ਮਹਿਮਾਨਾਂ ਦਾ ਵੀ ਰੁਖ ਕਰ ਲੈਣਾ। ਸਾਡੇ ਨਾਲ ਆਰਪੀ ਸਿੰਘ ਜੀ ਨੇ। ਆਰਪੀ ਸਿੰਘ ਜੀ, ਜੇ ਵਿਧਾਨ ਸਭਾ ਦੇ ਵਿੱਚ ਜਿਹੜੇ ਬਿੱਲ ਰੱਦ ਹੋ ਰਹੇ ਨੇ ਜਾਂ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਹੋ ਰਹੀ ਹੈ ਤਾਂ ਅਦਾਲਤ ਦੇ ਵਿੱਚ ਵੀ ਇਸ ਦਾ ਕੋਈ ਗਰਾਊਂਡ ਤਾਂ ਰਹੇਗਾ ਨਾ।
ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਾਂ ਫਿਰ ਜਿਹੜੇ ਕਿਸਾਨ ਆਗੂ ਨੇ ਉਹ ਇਹ ਵੀ ਦੱਸਣਗੇ ਕਿ ਦੇਖੋ ਜੀ ਕਿੰਨੇ ਸੂਬਿਆਂ ਨੇ ਇਹਨਾਂ ਦੇ ਉੱਤੇ ਇਤਰਾਜ਼ ਜਤਾ ਦਿੱਤਾ ਹੈ। ਉਹਨਾਂ 'ਚ ਪੰਜਾਬ ਵੀ, ਉਹਨਾਂ 'ਚ ਦਿੱਲੀ ਵੀ, ਉਹਨਾਂ 'ਚ ਰਾਜਸਥਾਨ ਵੀ ਹੈ। ਤਾਂ ਇੱਕ ਇਹ ਵੀ ਤੁਹਾਡੇ ਲਈ ਚੈਲੰਜ ਤਾਂ ਹੈ ਬੀਜੇਪੀ ਦੇ ਲਈ ਕਿ ਹੁਣ ਇਸ ਦੇ ਨਾਲ ਕਿਵੇਂ ਨਜਿੱਠਿਆ ਜਾਵੇ ਕਿ ਜਿਹੜੇ ਵਿਧਾਨ ਸਭਾ ਦੇ ਅੰਦਰ ਇਹ ਕਾਰਵਾਈਆਂ ਹੋ ਰਹੀਆਂ ਨੇ। ਪਹਿਲੀ ਗੱਲ ਤੇ ਉਹਨਾਂ ਨੇ ਬਿੱਲ ਰੱਦ ਨਹੀਂ ਕੀਤੇ, ਬਿੱਲ ਤੇ ਲਾਗੂ ਕਰ ਚੁੱਕੇ। 23 ਨਵੰਬਰ ਨੂੰ ਅੱਜ ਡਰਾਮਾ ਕੀਤਾ ਸਿਰਫ ਕਾਗਜ਼ ਪੜਨ ਦਾ, ਉਹ ਬਿੱਲ ਕੋਈ ਰੱਦ ਨਹੀਂ ਕੀਤਾ। ਸਮਝੀਏ ਗੱਲ ਨੂੰ, ਬਿੱਲ ਰੱਦ ਕਰਨ ਦਾ ਤਰੀਕਾ ਹੋਰ ਇਹਨਾਂ ਦੇ ਅਧਿਕਾਰ ਖੇਤਰ ਨਹੀਂ ਹੈਗਾ। ਠੀਕ ਹੈ, ਉਹ ਵਿਧਾਨ ਸਭਾ ਦੇ ਅੰਦਰ ਬੋਲ ਰਹੇ ਸੀ, ਮੈਂ ਉਹਨਾਂ ਨੂੰ ਲਾਈਵ ਸੁਣ ਰਿਹਾ ਸੀ ਉਸ ਸਮੇਂ। ਆਰਪੀ ਸਿੰਘ ਜੀ ਉਹ ਬੋਲਦੇ ਨਜ਼ਰ ਆਏ ਨੇ ਕੇਜਰੀਵਾਲ, ਉਹ ਕਹਿੰਦੇ ਨੇ ਕਿ ਅਸੀਂ ਇਹ ਬਿੱਲਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਕਾਪੀ ਵੀ ਪਾੜ ਕੇ ਦਿਖਾਈ ਕਿ ਆਹ ਦੇਖੋ ਅਸੀਂ ਇਹਨਾਂ ਨੂੰ ਫਾੜ ਵੀ ਰਹੇ ਹਾਂ, ਕਿਸੇ ਕੰਮ ਦੇ ਨਹੀਂ। ਗੌਰਵ ਇਹ ਮੇਰੇ ਕੋਲ ਕੋਈ ਇੱਕ ਪੰਨਾ ਹੈਗਾ, ਐਵੇਂ ਇਹਨੂੰ ਪਾੜ ਦਵਾਂ ਖਾਇਆ ਬਿੱਲ ਪਾੜਤਾ, ਏਦਾਂ ਬਿੱਲ ਨਾ ਬੰਦੇ ਨਾ ਪਾੜੇ ਜਾਂਦੇ ਜੀ, ਕਿਰਪਾ ਕਰਕੇ ਸਮਝੋ। ਪਹਿਲੀ ਗੱਲ। ਦੂਜੀ ਗੱਲ, ਥੋੜੇ ਦਿਨ ਪਹਿਲੇ ਦਾ ਉਹਨਾਂ ਦਾ ਜਿਹੜਾ ਵੀਡੀਓ ਹੈ ਦਿਖਾ ਦਿਓ, 3 ਦਿਨ ਪਹਿਲੇ ਦਾ, ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਬਿੱਲ ਮੋੜ ਹੀ ਨਹੀਂ ਸਕਦੇ, ਅਸੀਂ ਇਸ ਕਰਕੇ ਸਾਨੂੰ ਤੇ ਇਹ ਰਾਸ਼ਟਰਪਤੀ ਤੋਂ ਬਾਅਦ ਲਾਗੂ ਹੋਣ ਤੋਂ ਬਾਅਦ ਅਸੀਂ ਇਹ ਬਿੱਲ ਮੋੜ ਨਹੀਂ ਸਕਦੇ, ਅਸੀਂ ਇਸ ਕਰਕੇ ਬਿੱਲ ਲਾਗੂ ਕਰਤਾ ਹੈ। ਮੈਂ ਨਹੀਂ ਕਹਿ ਰਿਹਾ, ਇਹ ਕੇਜਰੀਵਾਲ ਜੀ ਕਹਿ ਰਹੇ ਸਨ। ਇਹ ਮੈਂ ਬਾਰ-ਬਾਰ ਉਹਨਾਂ ਦੇ ਜਿਹੜਾ ਕੀਤੇ ਨੂੰ ਤੁਸੀਂ ਅੱਗੇ ਵਧਾ ਕੇ ਦੇਸ਼ ਦੀ ਜਨਤਾ ਨੂੰ, ਕਿਸਾਨਾਂ ਨੂੰ ਵਰਗਲਾਓ ਨਾ ਸਮਝਾਓ, ਕਿਉਂਕਿ ਇਹ ਝੂਠ ਦਾ ਡੰਬਰ ਹੈ, ਸਭ ਨੂੰ ਪਤਾ ਹੈ। ਔਰ 13,000 ਕਰੋੜ ਰੁਪਇਆ ਦਿੱਲੀ ਐਮਸੀ ਦਾ ਦੇਣਾ ਹੈ। ਔਰ ਥੋੜੀ ਦੇਰ ਪਹਿਲੇ ਮੇਰੇ ਤੋਂ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਕਹਿ ਰਹੇ ਸਨ ਕਿ ਬੜਾ ਕੰਮ ਕਰਤਾ ਹੈ ਦਿੱਲੀ 'ਚ। ਕਿਰਪਾ ਕਰਕੇ ਦੱਸ ਦਿਓ ਅੰਬਾਨੀ ਨਾਲ ਕੀ ਸਾਠਗਾਠ ਹੈ? ਜਦ ISO 81 ਅਸੀਂ ਅੰਬਾਨੀ ਦੇ ਜੇਬ ਵਿੱਚੋਂ 35% ਕੱਢ ਕੇ ਦਿੱਲੀ ਦੀ ਬਿਜਲੀ ਸਸਤੀ ਕਰਾਂਗੇ, ਦਿੱਲੀ ਦੇ ਲੋਕਾਂ ਤੇ ਟੈਕਸ ਲਾ ਕੇ ਦਿੱਲੀ ਦੀ ਕੁਝ ਲੋਕਾਂ ਨੂੰ ਬਿਜਲੀ ਦੇਤੀ। ਅੰਬਾਨੀ ਨਾਲ ਸਾਠਗਾਠ ਕਰ ਲੈ, ਅੱਜ ਕੋਈ 6,000 ਕਰੋੜ ਤੋਂ ਉੱਤੇ ਦਾ ਸਾਠਗਾਠ ਹੈ ਅੰਬਾਨੀ ਨਾਲ ਦੀ, ਕੇਜਰੀਵਾਲ ਦੀ। ਇਸ ਕਰਕੇ ਇਹ ਜਿਹੜਾ ਅਡਾਨੀ ਅੰਬਾਨੀ ਦਾ ਜਿਹੜਾ ਰੋਲ ਹੈ ਨਾ, ਇਹ ਡੁਗਡੁਗੀ ਬਜਾਨੀ ਨਾ ਕਰਿਓ। ਇੱਕ ਮਿੰਟ ਮੇਰੀ ਬੇਨਤੀ ਹੈ। ਜਿਹੜੀ ਹਕੀਕਤ ਗੱਲ ਹੈਗੀ ਹੈ, ਅਸੀਂ ਕਿਸਾਨ ਇੱਥੇ ਕਿਸਾਨਾਂ ਦੇ ਨੇਤਾ ਆਏ ਨੇ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਕਿਰਪਾ ਕਰਕੇ ਗੱਲਬਾਤ ਦਾ ਸਿਲਸਿਲਾ ਜਾਰੀ ਰੱਖੋ। ਯੈਸ ਔਰ ਨੋ ਤੋਂ ਅੱਗੇ ਵਧੋ, ਗੱਲਬਾਤ ਦਾ ਸਿਲਸਿਲਾ ਜਾਰੀ ਰੱਖੋਗੇ ਤਾਂ ਕੋਈ ਰਸਤਾ ਨਿਕਲੇਗਾ। ਸਰਕਾਰ ਨੇ ਕੋਈ ਤੁਹਾਡੇ ਕੋਲ ਪ੍ਰਪੋਜ਼ਲ ਭੇਜੇ ਨੇ, ਤੁਸੀਂ ਉਹ ਕੋਈ ਜੋੜਨਾ ਚਾਹੋ ਹੋਰ ਜੋੜ ਲਓ, ਕੋਈ ਸਾਨੂੰ ਇਹ ਨਹੀਂ ਅਸੀਂ 4 ਚੀਜ਼ਾਂ ਹੋਰ ਜੋੜਨਾ ਚਾਹੁੰਦੇ ਹਾਂ, ਸਰਕਾਰ ਉਸ ਤੇ ਵੀ ਗੱਲ ਕਰ ਲੇਗੀ, ਪਰ ਗੱਲਬਾਤ ਦਾ ਸਿਲਸਿਲਾ ਜਾਰੀ ਰੱਖੋ। ਠੀਕ ਹੈ, ਮੈਂ ਤੁਹਾਡੇ ਕੋਲ ਆਉਣਾ ਹੈ। ਆਪਾਂ ਜਿਹੜੇ ਕਿਸਾਨ ਆਗੂ ਨੇ, ਸੰਧਵਾ ਸਾਹਿਬ ਤੁਹਾਡਾ ਇੱਕ ਰਿਐਕਸ਼ਨ, ਇਹ ਵਾਰ-ਵਾਰ ਸਵਾਲ ਤਾਂ ਉੱਠਣਗੇ। ਥੋੜੇ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ, ਉਹ ਇਹੀ ਗੱਲ, ਰਾਘਵ ਚੱਡਾ ਵੀ ਪ੍ਰੈਸ ਕਾਨਫਰੰਸ ਕਰਦੇ ਨੇ, ਉਹ ਵੀ ਇਹੀ ਗੱਲ ਕਰਦੇ ਨੇ ਕਿ ਬਈ ਇਹ ਤਾਂ ਸਾਡੇ ਕੇਂਦਰ ਦੇ ਕਾਨੂੰਨ ਹੈ, ਸਾਰੇ ਸੂਬਿਆਂ ਨੂੰ ਲਾਗੂ ਕਰਨੇ ਪੈਣੇ ਨੇ। ਤਾਂ ਫਿਰ ਅੱਜ ਦੇ ਵਿਧਾਨ ਸਭਾ ਦੇ ਇਜਲਾਸ ਦੇ ਵਿੱਚ ਹੋਇਆ ਕੀ ਹੈ, ਸਮਝਾਉਣਾ ਸਰ ਲੋਕਾਂ ਨੂੰ ਕਿ ਹੋਇਆ ਕੀ, ਕੀਤਾ ਕੀ, ਉਹਦੇ ਨਾਲ ਫਰਕ ਕੀ ਪੈ ਰਿਹਾ ਹੈ। ਉਹ ਸ਼੍ਰੀ ਅਰਵਿੰਦ ਕੇਜਰੀਵਾਲ ਸੰਧਵਾ ਸਾਹਿਬ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਮੈਂ ਕੋਸ਼ਿਸ਼ ਕਰਾਂਗਾ ਦੁਬਾਰਾ ਤੁਹਾਡੇ ਨਾਲ ਅਸੀਂ ਰਾਬਤਾ ਕਾਇਮ ਕਰ ਸਕੀਏ। ਮੈਂ ਔਜਲਾ ਜੀ ਦੇ ਕੋਲ ਜਾਵਾਂ, ਉਸ ਤੋਂ ਪਹਿਲਾਂ ਮੈਂ ਬੂਟਾ ਜੀ ਦਾ ਇੱਕ ਰਿਐਕਸ਼ਨ ਲੈਣਾ। ਬੂਟਾ ਜੀ ਲਗਾਤਾਰ ਇਹੀ ਕਹਿ ਰਹੇ ਨੇ ਬੀਜੇਪੀ ਦੇ ਬੁਲਾਰੇ ਨੁਮਾਇੰਦੇ, ਉਹ ਕਹਿ ਰਹੇ ਨੇ ਪ੍ਰਪੋਜ਼ਲ ਭੇਜਿਆ ਸੀ, ਤੁਸੀਂ ਇਨਕਾਰ ਕਰ ਦਿੱਤਾ। ਹੋਰ ਦੱਸ ਦਿਓ ਜਿਹੜੇ 2-4 ਪੁਆਇੰਟ ਹੈਗੇ ਐਡ ਕਰਕੇ ਆਪਾਂ ਗੱਲ ਨੂੰ ਫਾਈਨਲ ਕਰੀਏ ਕਿ ਯੈਸ ਨੋ ਤੋਂ ਅੱਗੇ ਵਧੀਏ। ਹੈਲੋ ਜੀ ਬੂਟਾ ਜੀ, ਹਾਂਜੀ ਰਿਪੀਟ ਕਰਿਓ ਜੀ। ਬੀਜੇਪੀ ਦੇ ਜਿਹੜੇ ਸਾਡੇ ਨਾਲ ਇਸ ਸਮੇਂ ਲੀਡਰ ਬੈਠੇ ਨੇ, ਉਹ ਕਹਿ ਰਹੇ ਨੇ ਕਿ ਇੱਕ ਤਾਂ ਪ੍ਰਪੋਜ਼ਲ ਅਸੀਂ ਭੇਜ ਦਿੱਤਾ, ਹੁਣ ਤੁਸੀਂ ਅੱਗੇ ਦੱਸੋ ਨਾ ਕੀ ਕਰਨਾ ਕੀ ਹੈ। ਜੇ ਤੁਹਾਡੇ ਕੁਝ ਪੁਆਇੰਟ ਮਿਸਿੰਗ ਹੈ ਤਾਂ ਉਹ ਵੀ ਆਪਾਂ ਐਡ ਕਰੀਏ, ਗੱਲਬਾਤ ਨੂੰ ਅੱਗੇ ਤੋਰੀਏ। ਤੁਸੀਂ ਯੈਸ ਨੋ ਤੋਂ ਅੱਗੇ ਆਓ ਥੋੜਾ ਜਿਹਾ, ਤਾਂ ਗੱਲ ਮੁਕਾਈਏ ਇੱਥੇ। ਦੇਖੋ ਜੀ, ਗੱਲ ਹੁਣ ਇਹਨਾਂ ਦਾ ਫਰਜ਼ ਬਣਦਾ ਹੈ। ਅਸੀਂ ਇਹਨਾਂ ਨੇ ਸਾਡੇ ਕੋਲ ਰਿਟਰਨ ਮੰਗੀ ਸੀ ਜੀ, ਅਸੀਂ ਇਹਨਾਂ ਨੂੰ ਰਿਟਰਨ ਦੇ ਵਿੱਚ ਵੀ ਉਹ ਜੋ ਰੱਦ ਕੀਤੀਆਂ ਸਨ ਇਹਦੀਆਂ ਪ੍ਰਪੋਜ਼ਲਾਂ ਅਸੀਂ ਰਿਟਰਨ 'ਚ ਭੇਜ ਦਿੱਤੀਆਂ ਇਹਨਾਂ ਨੂੰ ਰਿਟਰਨ ਜੀ। ਹੁਣ ਸਰਕਾਰ ਦਾ ਕੰਮ ਹੁੰਦਾ, ਸਰਕਾਰ ਠੀਕ। ਮੈਂ ਸ਼ਾਦੀ ਜੀ ਬੂਟਾ ਜੀ, ਮੈਂ ਚਾਹੁੰਦਾ ਵਿਚਾਲੇ ਰੋਕ ਦੇ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁਝ ਬਿਆਨ ਦੇ ਰਹੇ ਨੇ, ਕੁਝ ਕਹਿ ਰਹੇ ਨੇ, ਅਸੀਂ ਉਹਨਾਂ ਨੂੰ ਜ਼ਰੂਰ ਸੁਣਾਂਗੇ। ਸੁਣਵਾਉਂਦੇ ਆਪਣੇ ਦਰਸ਼ਕਾਂ ਨੂੰ ਕੀ ਕੁਝ ਕਹਿ ਰਹੇ ਨੇ ਮੁੱਖ ਮੰਤਰੀ। There's not a day that passes when 1 or 2 of our men are not killed in Kashmir on the borders, or what happened with our boys when they clashed unarmed with the Chinese there. And instead of talking about strategy, and instead of talking about what you're providing them, there are equivalent of 4 divisions in that area. What you're giving them for living, for their clothing, for their food, for strategy, how you planned it, and matters that affect Parliament.
You talk about what the uniform should be. You talk about what the buttons should be, what the badges of rank should be. I mean, is this, we are coming to a point of absurdity. This is what Rahul Gandhi meant. And when he said that I want the larger issues to be discussed, why? Because the Chief of Defence Staff was there. Whether the Army Chief and Navy and Air Force Chiefs were there or their Vice Chiefs were certainly there, somebody was there, and other people who are high up in the administration of our three services were there. So everybody wanted something to be discussed. Do you at that level discuss what the badges of rank are? I mean, everybody, for God's sake, knows what the badges of rank are. And then one person from some MP has another suggestion to make, that all the three services, Army, Navy and Air Force, should go back on the American system and have just one service. I mean, when you put people like this in defense committees who don't know the first thing about defense, it's a damn disgrace. And I'm absolutely appalled that you have somebody making suggestions like that to us in the service, who have been through the services, and like me, lakhs more who are today listening in, who have been in the services or are in the services, that you tell them that you get rid of your regimental insignias, you get rid of your regimental uniforms. What nonsense is this? What are we trying to talk about? Are we raising the morale of our forces, or are we trying to demoralize them? And here you have these people. Why can't people who come on this thing try to understand the services before talking? And what I have just mentioned, what Rahul Gandhi ji said was absolutely correct. We have to raise the level of debate. Parliament is there to make policies. Parliament is not to discuss what brasso you. ਤਾਂ ਮੁੱਖ ਮੰਤਰੀ ਦੇ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਹੈ, ਬਿਆਨ ਉਹਨਾਂ ਦੇ ਵੱਲੋਂ ਜਾਰੀ ਕੀਤਾ ਜਾ ਰਿਹਾ ਹੈ। ਅਸੀਂ ਇੱਕ ਵਾਰ ਫਿਰ ਤੋਂ ਚਰਚਾ ਦਾ ਰੁਖ ਕਰਦੇ ਹਾਂ, ਕਿਉਂਕਿ ਲਗਾਤਾਰ ਅਸੀਂ ਕਿਸਾਨਾਂ ਦੇ ਮੁੱਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੀਪੁਰ ਜੀ ਤੋਂ ਅਸੀਂ ਗੱਲਬਾਤ ਦੇ ਜ਼ਰੀਏ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ। ਬੁੱਟਾ ਜੀ, ਤੁਸੀਂ ਆਪਣੀ ਗੱਲ ਪੂਰੀ ਕਰ ਸਕਦੇ ਹੋ। ਜੋ ਸਵਾਲ ਸੀ ਮੇਰਾ ਕਿ ਆਖਿਰ ਹੁਣ ਕਿਵੇਂ ਗੱਲ ਮੁੱਕੇਗੀ, ਕਿਉਂਕਿ ਬੀਜੇਪੀ ਕਹਿ ਰਹੀ ਹੈ ਕਿ ਜਿਹੜਾ ਪ੍ਰਪੋਜ਼ਲ ਭੇਜਿਆ ਸੀ ਉਸ ਦੇ ਵਿੱਚ ਕੁਝ ਹੋਰ ਪੁਆਇੰਟ ਐਡ ਕਰ ਰਹੇ ਨੇ, ਦੱਸੋ, ਕਰ ਦਿੰਨੇ ਆ ਤੇ ਗੱਲ ਨੂੰ ਆਪਾਂ ਸਿਰੇ ਕਰੀਏ, ਫਾਈਨਲ ਕਰੀਏ ਸਭ ਕੁਝ। ਵਾਲੇ ਤੇ ਗਏ ਮੈਂ ਜੀ, ਅਸੀਂ ਆਪਣਾ ਰਿਟਰਨ ਇਹਨਾਂ ਨੂੰ ਭੇਜਤਾ, ਜਿਹੜੇ ਇਹਨਾਂ ਦੀ ਅਸੀਂ ਪ੍ਰਪੋਜ਼ਲਾਂ ਰੱਦ ਕੀਤੀਆਂ ਸੀ, ਇਹਨਾਂ ਨੇ ਰਿਟਰਨ ਮੰਗੀ ਸੀ ਜੀ, ਅਸੀਂ ਰਿਟਰਨ ਤੇ ਜੋ ਲੈਣਾ ਭੇਜਤੀਆਂ ਤਾਂ ਜੀ। ਅਗਾ ਹੁਣ ਸਰਕਾਰ ਦਾ ਕੰਮ ਬਣਦਾ, ਸਰਕਾਰ ਕਦੋਂ ਕਰਦੀ ਹੈ, ਕੀ ਨਹੀਂ ਕਰਦੀ, ਸਰਕਾਰ ਅੜੀ ਕਰੀ ਬੈਠੀ ਹੈ। ਜਦੋਂ ਕਿ ਸਰਕਾਰਾਂ ਦਾ ਕੰਮ ਅੜੀ ਕਰਨਾ ਨਹੀਂ, ਅੰਦੋਲਨਕਾਰੀ ਜਿਹੜੇ ਹੁੰਦੇ ਨੇ ਉਹ ਕਈ ਵਾਰ ਅੜੀ ਵੀ ਕਰਦੇ ਨੇ, ਜਿੱਦ ਵੀ ਕਰਦੇ ਨੇ ਆਪਣੇ ਮਸਲੇ ਦੇ ਉੱਤੇ। ਠੀਕ ਹੈ, ਗੱਲਬਾਤ ਚਲਾਉਣ ਦਾ ਜਿਹੜਾ ਇਹ ਜੁਮਾ ਹੈ, ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਸਰਕਾਰ ਕਦੇ ਸੱਦਾ ਪੱਤਰ ਭੇਜਦੀ ਹੈ, ਉਹਦੇ ਉੱਤੇ ਫਿਰ ਅਸੀਂ ਵਿਗਤ ਕਰਾਂਗੇ। ਸ਼ਾਦੀਪੁਰ ਜੀ, ਇੱਕ ਹੋਰ ਛੋਟਾ ਜਿਹਾ ਰਿਐਕਸ਼ਨ ਤੁਹਾਡਾ, ਯੈਸ ਨੋ ਤੋਂ ਅੱਗੇ ਵਧੇਗੀ ਗੱਲ? ਹਾਂਜੀ, ਯੈਸ ਨੋ ਜਿਹੜਾ ਤੁਸੀਂ ਸਟੈਂਡ ਇਸ ਸਮੇਂ ਕਿਸਾਨ ਜਥੇਬੰਦੀ ਉਸ ਤੋਂ ਅੱਗੇ ਵਧੇਗੀ? ਸੁਪਰੀਮ ਕੋਰਟ ਅਪੀਲ ਕਰ ਰਿਹਾ ਤੁਹਾਨੂੰ ਜੀ। ਉਸ ਦਿਨ ਦਾ ਮਸਲਾ ਸੀਗਾ, ਜੈਸੇ ਨੋ ਤੇ ਤਾਂ ਗੱਲ ਰਹਿਣੀ ਨਹੀਂ ਨਾ ਜੀ, ਦੇਖੋ ਜੈਸੇ ਨੋ ਤੇ ਤਾਂ ਗੱਲ ਰਹੂਗੀ ਨਹੀਂ, ਗੱਲ ਤਾਂ ਆਖਰਕਾਰ ਹੁਣ ਚੱਲੇਗੀ। ਅੜੀ ਆ ਕੋ ਤੇ ਉਸ ਦਿਨ ਸਾਡੀ ਸੀ, ਉਹਨਾਂ ਦਿੱਤੇ ਕਿ ਸਾਨੂੰ ਦੱਸੋ ਤਾਂ ਸਹੀ ਕੁਝ, ਵੀ ਤਾਂ ਸਾਨੂੰ ਕਰਨਾ ਪਿਆ ਕਿਉਂਕਿ ਕੇਂਦਰ ਦੇ ਮੰਤਰੀ ਕੋਈ ਗੱਲ ਕਰਦੇ ਨਹੀਂ ਸਨ, ਅੱਗੇ ਵੱਧਦੇ ਨਹੀਂ ਸਨ, ਕਦੀ ਉੱਠ ਕੇ ਇੱਧਰ ਗੱਲ ਕਰਨ ਚਲੇ ਗਏ, ਕਦੀ ਫੋਨ ਕਰਨ ਚਲੇ ਗਏ, ਮਤਲਬ ਗੱਲ ਉਹ ਕੋਈ ਵੀ ਨਹੀਂ ਸਨ ਅੱਗੇ ਵਧਾਉਂਦੇ। ਇਸ ਕਰਕੇ ਸਾਨੂੰ ਇਹ ਗੱਲ ਕਹਿਣੀ ਚਾਹੀਦੀ, ਯੈਸ ਜਾਂ ਨੋ, ਕੋਈ ਨਾ ਕੋਈ ਤਾਂ ਕਰੋ ਨਾ। ਠੀਕ ਹੈ, ਕੁਛ ਤਾਂ ਕਰੋ, ਜਾਂ ਹਾਂ ਕਰੋ ਜਾਂ ਨਾ ਕਰੋ, ਤੁਸੀਂ ਕੁਛ ਵੀ ਨਹੀਂ ਕਰਦੇ। ਹੁਣ ਅੱਗੇ ਜਦੋਂ ਇੱਕ ਗੱਲ ਚੱਲ ਰਹੀ ਹੈ, ਅੱਗੇ ਵਧਾਉਣ ਦਾ ਇਹਨਾਂ ਦਾ ਜ਼ਿੰਮਾ ਹੈ, ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਜਦੋਂ ਵਧਾਉਂਗੇ ਗੱਲ ਚੱਲੂਗੀ। ਤੁਸੀਂ ਮਤਲਬ ਸੱਦੇ ਦਾ ਇੰਤਜ਼ਾਰ ਕਰ ਰਹੇ ਹੋ, ਤੁਸੀਂ ਸੱਦੇ ਦਾ ਇੰਤਜ਼ਾਰ ਕਰ ਰਹੇ ਹੋ, ਕਦੋਂ ਸੱਦਾ ਪੱਤਰ ਆਉਂਦਾ ਸਰਕਾਰ ਵੱਲੋਂ ਉਸ ਤੇ ਫਿਰ ਵਿਚਾਰ ਕੀਤਾ ਜਾਊਗਾ। ਚਲੋ ਠੀਕ ਹੈ। ਔਰ ਤੁਹਾਡਾ ਇੱਕ ਰਿਐਕਸ਼ਨ, ਸੁਪਰੀਮ ਕੋਰਟ 'ਚ ਮਾਮਲਾ ਹੈ, ਹੁਣ ਪੰਜਾਬ ਸਰਕਾਰ ਨੂੰ ਵੀ ਨੋਟਿਸ ਹੋਇਆ, ਉੱਥੇ ਤੁਹਾਡੇ ਵਕੀਲ ਵੀ ਪਹੁੰਚ ਗਏ, ਵੱਡੇ ਵਕੀਲ ਤੁਸੀਂ ਵੀ ਉੱਥੇ ਭੇਜੇ, ਪੀ ਚਿਦੰਬਰਮ ਉੱਥੇ ਗਏ ਨੇ, ਵੱਡਾ ਨਾਮ ਹੈ ਤੁਹਾਡਾ। ਪੂਰਾ ਰੁਖ ਵੀ ਬਹੁਤ ਧਿਆਨ ਨਾਲ ਕਿਸਾਨ ਇਸ ਸਮੇਂ ਦੇਖ ਰਹੇ ਨੇ। ਕਮੇਟੀ ਵਾਲੇ ਫਾਰਮੂਲੇ ਤੇ ਪੰਜਾਬ ਸਰਕਾਰ ਜਾਣਾ ਚਾਹੁੰਦੀ ਹੈ, ਜਾਂ ਕਿਵੇਂ ਇਸ ਪੂਰੇ ਮਾਮਲੇ ਨੂੰ ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਰੱਖਣਾ ਚਾਹੁੰਦੀ ਹੈ? ਹੁਣ ਦੇਖੋ, ਜਿਹੜੀਆਂ ਕਾਨੂੰਨੀ ਚਾਰਾਜੋਈਆਂ ਨੇ ਉਹ ਤੇ ਕਾਨੂੰਨੀ ਮਾਹਰਾਂ ਦੇ ਨਾਲ ਸਲਾਹ ਕਰਕੇ ਮੁੱਖ ਮੰਤਰੀ ਸਾਹਿਬ ਕਰਨਗੇ ਵੀ ਕਿਹੜਾ ਉਹਦੇ ਨਾਲ ਦੀ ਨਾਲ ਜਥੇਬੰਦੀਆਂ ਦਾ ਰੁਖ ਜਿਹੜਾ ਉਹ ਸਭ ਤੋਂ ਪਹਿਲਾਂ ਦੇਖਿਆ ਜਾਏਗਾ ਕਿ ਜਥੇਬੰਦੀਆਂ ਕੀ ਚਾਹੁੰਦੀਆਂ ਨੇ, ਕਿਉਂਕਿ ਅਸੀਂ ਤਾਂ ਕਿਸਾਨ ਦੇ ਨਾਲ ਹੈ ਜੀ। ਪਰ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਇੱਥੇ ਤੁਹਾਡੇ, ਕਿਉਂਕਿ ਮੈਂ ਜਦੋਂ ਦੀ ਸਵੇਰ ਦੀਆਂ ਡਿਬੇਟਾਂ ਦੇਖਣ ਡਿਆ ਸਾਰੇ ਜਥੇਬੰਦੀਆਂ ਦੀਆਂ, ਕਿ ਉਹਨਾਂ ਦਾ ਨਾ ਵਿਸ਼ਵਾਸ ਸੁਪਰੀਮ ਕੋਰਟ ਤੋਂ ਜਿਵੇਂ ਮਤਲਬ ਘਟਿਆ ਵਾ। ਮਾਨਯੋਗ ਸਾਡਾ ਸਭ ਤੋਂ ਉੱਚ ਅਦਾਲਤ ਆ, ਸਾਨੂੰ ਵਿਸ਼ਵਾਸ ਹੈ, ਪਰ
ਜਿਹੜਾ ਪਿਛਲਾ ਸਮਾਂ ਗਿਆ ਨਾ, ਜਿਵੇਂ ਰਾਜਨ ਗੋਗੋਈ ਦੀ 6 ਮਹੀਨਿਆਂ ਬਾਅਦ ਰਿਟਾਇਰਮੈਂਟ ਤੋਂ ਚੀਫ ਜਸਟਿਸ ਦੀ ਰਾਜ ਸਭਾ ਦਾ ਵਿੱਚ ਸਥਾਪਿਤ ਕਰ ਦੇਣਾ, ਰਾਜ ਸਭਾ ਮੈਂਬਰ ਬਣਾ ਦੇਣਾ, ਉਹ ਤੇ ਬੜੇ ਕੁਐਸਚਨ ਮਾਰਕ ਆਏ ਸੀ। ਰਫੇਲ ਦਾ ਇਸ਼ੂ ਸੀ, ਰਾਮ ਮੰਦਿਰ ਦਾ ਇਸ਼ੂ ਸੀ, ਹੋਰ ਵੀ ਕਈ ਜਿਹੜੇ ਕੰਮ ਸੀ ਜਿਹੜੇ ਸਰਕਾਰ ਦੇ ਉਸ ਸਮੇਂ 'ਚ ਆਊਟ ਆਫ ਦਾ ਵੇ ਜਾ ਕੇ ਹੋਈ ਸੀ ਕਈ। ਸੋ ਅੱਜ ਜਥੇਬੰਦੀਆਂ ਡਰਦੀਆਂ ਨੇ ਵੀ ਇਹ ਕਿਤੇ ਵੀ ਜਿਹੜੀ ਸੁਪਰੀਮ ਕੋਰਟ ਵਾਲਾ ਜਿਹੜੀ ਮੂਵਮੈਂਟ ਹੋਈ ਹੈ, ਕਿਤੇ ਅਸੀਂ ਇਸ ਕਮੇਟੀ ਦੇ ਭੁਲੇਖੇ ਨਾਲ ਬਹਿ ਜਾਈਏ, ਕਿਉਂਕਿ ਕਮੇਟੀਆਂ ਬਣਦੀਆਂ ਨੇ, ਬੜਾ ਲੰਬਾ ਕੰਮ ਚੱਲਦਾ ਹੈ ਕਮੇਟੀਆਂ ਦਾ, ਕਦੀ ਵੀ ਕੰਮ ਜਿਹੜਾ ਵਾ ਉਹ ਟਾਈਮ ਬਾਉਂਡ ਨਹੀਂ ਹੁੰਦਾ। ਸੋ ਇਸ ਵੇਲੇ ਤਾਂ ਗੱਲ ਬੜੀ ਸਿੱਧੀ ਜੀ ਹੈ ਜੀ, ਸਰਕਾਰ ਨੇ ਡਿਸਕਸ਼ਨ ਕਰ ਲਈ, ਸਰਕਾਰ ਦੇ ਐਕਸਪਰਟ ਨੇ ਡਿਸਕਸ਼ਨ ਕਰ ਲਈ। ਤੁਸੀਂ ਬੇਭਰੋਸਗੀ ਵਾਲੀ ਗੱਲ ਕਰ ਰਹੇ ਹੋ ਕਿ ਬੇਭਰੋਸਗੀ ਕਿਤੇ ਨਾ ਕਿਤੇ ਹੈਗੀ ਹੈ, ਇਸ ਕਰਕੇ ਉਹ ਦੁਚਿੱਤੀ ਦੇ ਵਿੱਚ ਐਚਐਮ ਸਾਹਿਬ ਮੰਨ ਕੇ ਮਿਲਤੀ ਹੋਈ ਹੈ, ਇਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ, ਸੁਪਰੀਮ ਕੋਰਟ ਦਾ ਵਿੱਚ ਰੋਲ ਹੀ ਕੋਈ ਨਹੀਂ ਹੋਣੇਗਾ। ਚਲੋ ਠੀਕ ਹੈ, ਮੇਰੇ ਕੋਲ ਸਮਾਂ ਹੁਣ ਪੂਰਾ ਮੈਂ ਇੱਕ ਰਿਐਕਸ਼ਨ ਜ਼ਰੂਰ ਲੈਣਾ। ਮੈਂ ਸੰਧਵਾ ਜੀ ਦਾ ਰੁਖ ਕਰਦਾ। ਸੰਧਵਾ ਜੀ, ਜੋ ਤੁਸੀਂ ਜ਼ਿਕਰ ਕਰ ਰਹੇ ਸੀ, ਸਵਾਲ ਤੁਹਾਡੇ ਤੋਂ ਹੋ ਰਿਹਾ ਸੀ, ਥੋੜਾ ਜਿਹਾ ਕਨੈਕਸ਼ਨ ਦੀ ਪ੍ਰੋਬਲਮ ਸੀ, ਨੈਟਵਰਕ ਇਸ਼ੂ ਸੀ ਤੁਹਾਡਾ। ਮੈਂ ਜ਼ਰੂਰ ਚਾਹਾਂਗਾ ਕਿ ਤੁਸੀਂ ਆਪਣੀ ਗੱਲ ਪੂਰੀ ਕਰੋ। ਦੇਖੋ, ਸਵਾਲ ਇਸ ਕਰਕੇ ਉੱਠ ਰਹੇ ਨੇ ਆਮ ਆਦਮੀ ਪਾਰਟੀ ਉੱਤੇ ਕਿ ਕੁਝ ਦਿਨ ਪਹਿਲਾਂ ਤੁਸੀਂ ਕਹਿ ਰਹੇ ਸੀ ਕਿ ਕੇਂਦਰ ਦੇ ਕਾਨੂੰਨ ਤਾਂ ਲਾਗੂ ਨੇ ਪੂਰੇ ਦੇਸ਼ 'ਚ, ਉਹਨੂੰ ਅਸੀਂ ਰੱਦ ਕਰ ਹੀ ਨਹੀਂ ਸਕਦੇ। ਕੈਪਟਨ ਅਮਰਿੰਦਰ ਸਿੰਘ ਝੂਠ ਬੋਲ ਰਹੇ ਨੇ, ਇਹ ਬਿਆਨ ਦਿੱਤਾ ਗਿਆ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ, ਤੇ ਅੱਜ ਉਹੀ ਵਿਧਾਨ ਸਭਾ 'ਚ ਤੁਸੀਂ ਰੱਦ ਕਰਨ ਦਾ ਜ਼ਿਕਰ ਕਰਤਾ। ਅੱਜ ਉਹੀ ਕਾਨੂੰਨਾਂ ਨੂੰ ਵਿਧਾਨ ਸਭਾ ਦੇ ਵਿੱਚ ਤੁਸੀਂ ਕਾਪੀਆਂ ਪਾੜ ਦਿੱਤੀਆਂ। ਦੇਖੋ, ਅਰਵਿੰਦ ਕੇਜਰੀਵਾਲ ਜੀ ਨੇ ਇਹ ਕਿਹਾ ਵੀ ਸੈਂਟਰ ਦੇ ਬਿੱਲਾਂ ਨੂੰ ਸੈਂਟਰ ਹੀ ਰੱਦ ਕਰ ਸਕਦਾ, ਲੇਕਿਨ ਅਸੀਂ ਇਹਦਾ ਵਿਰੋਧ ਕਰਦੇ ਹਾਂ। ਅਸੀਂ ਆਪਦੇ ਵੱਲੋਂ ਰੱਦ ਕਰਦੇ ਹਾਂ, ਜਿਸ ਤਰ੍ਹਾਂ ਸਾਡੀਆਂ ਕਿਸਾਨ ਮਜ਼ਦੂਰ ਸਾਡੇ ਬੈਠੇ ਨੇ ਉਹ ਰੱਦ ਕਰ ਰਹੇ ਨੇ। ਉਹਨਾਂ ਕੋਲੇ ਜਿਹੜਾ ਪਲੇਟਫਾਰਮ ਆ, ਉਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਨੇ ਉੱਥੇ ਉਹ ਕਰ ਦਿੱਤਾ, ਔਰ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੈਂ ਨਵੇੜਤਾ, ਮੈਂ ਕੰਮ ਠੀਕ ਕਰਤਾ, ਜਿਸ ਤਰ੍ਹਾਂ ਆਪਣੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ। ਅਸੀਂ ਉੱਥੇ ਵੀ ਇਹ ਗੱਲ ਕਹੀ ਸੀ ਵੀ ਤੁਸੀਂ ਸਿਰਫ ਗੱਲ ਕੀਤੀ ਹੈ, ਇਹਦਾ ਹੱਲ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਵੀ ਗੱਲ ਹੀ ਕੀਤੀ ਸੀ ਕੱਲੀ, ਔਰ ਸਿਰਫ ਉਹ ਡਰਾਮਾ ਸੀ, ਔਰ ਉਹਨਾਂ ਨੇ ਲੱਡੂ ਵੰਡਣੇ ਸ਼ੁਰੂ ਕਰਤੇ ਵੀ ਅਸੀਂ ਹੱਲ ਕਰਤਾ। ਸੋ ਉਹ ਗੁੰਮਰਾਹ ਕਰਨ ਦੀ ਗੱਲ ਸੀ, ਲੇਕਿਨ ਹੁਣ ਸਾਡੇ ਕਿਸਾਨ ਪੜ੍ਹੇ ਲਿਖੇ ਨੇ, ਗੁੰਮਰਾਹ ਨਹੀਂ ਹੋਣਗੇ। ਮੈਂ ਕੇਂਦਰ ਸਰਕਾਰ ਨੂੰ ਕਹਿਣਾ ਵੀ ਇਹ ਕਾਲੇ ਕਾਨੂੰਨ ਵਾਪਸ ਲੈ ਜਾਣ। ਔਰ ਦੂਜੀ ਗੱਲ, ਜਿਹੜੀ ਅੰਬਾਨੀ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਸੈਟਿੰਗ, ਉਹ ਇਹ ਹੈ ਵੀ ਜਦੋਂ ਇਹਨਾਂ ਕੋਲੇ ਆਪਣੀ ਉਹ ਸੀਗੀ ਨਾ, ਆਪਣੀ ਐਂਟੀ ਕਰਪਸ਼ਨ ਬਿਊਰੋ ਨੇ ਤੇ ਪਰਚਾ ਦਿੱਤਾ ਸੀ, ਹਿੰਦੁਸਤਾਨ ਦੇ ਵਿੱਚ ਕਿਸੇ 'ਚ ਇੰਨਾ ਦਮ ਨਹੀਂ, ਕਿਸੇ ਦੇ ਪਿੱਛੇ ਇੰਨਾ ਦਮ ਨਹੀਂ ਜਿਹੜਾ ਅੰਬਾਨੀ ਦੇ ਉੱਤੇ ਪਰਚਾ ਦੇ ਸਕੇ। ਇਹ ਅਰਵਿੰਦ ਕੇਜਰੀਵਾਲ ਜੀ ਨੇ ਪਰਚਾ ਦਿੱਤਾ ਸੀ। ਔਰ ਹੁਣ ਵੀ ਜੇ ਕਿਤੇ ਕੇਂਦਰ ਸਰਕਾਰ ਅਰਵਿੰਦ ਕੇਜਰੀਵਾਲ ਕੋਲੇ ਪੁਲਿਸ ਦੇ ਦੇਵੇ ਤੇ ਅੱਧੇ ਦੇਸ਼ ਦੀ ਕਰਪਸ਼ਨ। ठीक है, एक लास्ट रिएक्शन आरपी सिंह जी, एक बार फिर नेटवर्क इशू कुछ आया है, नहीं उन्होंने आवाज आ रही। कोई ईगो वाला इशू नहीं है, कोई नक वाला इशू नहीं है। ਜਿਹੜੇ ਬੰਦੇ ਕਿਸਾਨਾਂ ਦਾ ਕਾਨੂੰਨ ਹੈ, ਕਿਸਾਨਾਂ ਵਾਸਤੇ ਤੁਸੀਂ ਬਣਾਇਆ, ਉਹਨਾਂ ਨੂੰ ਨਹੀਂ ਚਾਹੀਦਾ ਯਾਰ। ਮਤਲਬ ਸੰਧਵਾ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਰੱਦ ਕਰਨ ਜਾਂ ਕਾਪੀ ਪਾੜਨ ਦੇ ਨਾਲ ਕੁਝ ਨਹੀਂ ਹੋ ਰਿਹਾ, ਸਾਡੇ ਪ੍ਰੋਟੈਸਟ ਦਾ ਤਰੀਕਾ ਹੈ। ਤੁਸੀਂ ਇਹੀ ਕਹਿ ਰਹੇ ਹੋ, ਲੋਕ ਕਹਿ ਰਹੇ ਹੋ ਕਿ ਕਾਨੂੰਨ ਰੱਦ ਕਰਨ ਦੀ ਜਾਂ ਕਾਪੀ ਪਾੜਨ ਦੇ ਨਾਲ ਕੁਝ ਨਹੀਂ, ਪਰ ਪ੍ਰੋਟੈਸਟ ਦਾ ਤਰੀਕਾ ਹੈ। ਤਾਂ ਉਦੋਂ ਲੋਕ ਵੱਡੇ ਹੁੰਦੇ ਨੇ, ਤੰਤਰ ਨੂੰ ਝੁਕ ਜਾਣਾ ਚਾਹੀਦਾ। ठीक है, आरपी सिंह जी, फाइनल कमेंट मेरे को समय खत्म हो चले। आरपी सिंह जी, ठीक है, संधवा साहब माफी चाहूंगा, विचाले रोक रहे हैं, अपने को समा बहुत घट है हुण। आरपी सिंह जी, फाइनल कमेंट तुहाडा, उम्मीद करिए अगले 24-48 घंटिਆਂ ਦੇ ਵਿੱਚ ਸੱਦਾ ਦੇ ਦਿਓ ਸਰ। ਕਿਸਾਨ ਜਥੇਬੰਦੀਆਂ ਤਿਆਰ ਬੈਠੀਆਂ ਨੇ ਗੱਲਬਾਤ ਨੂੰ, ਉਹ ਇੰਤਜ਼ਾਰ ਕਰ ਰਹੀਆਂ ਨੇ ਕਿ ਸਾਡੇ ਤੱਕ ਪਹੁੰਚੇ ਤਾਂ ਸਹੀ ਕੋਈ ਸੱਦਾ। ਪਹਿਲੀ ਗੱਲ ਤੇ ਮੈਂ ਬਰਾਤ ਕਰਦੇ ਆ। आरपी सिंह जी, आरपी सिंह, मैं आम आदमी पार्टी ਜਿਹੜੇ ਸਾਡੇ ਇੱਥੇ ਲੀਡਰ ਬੈਠੇ ਨੇ, ਵਕਤਾ ਪ੍ਰਵਕਤਾ ਬੜੇ ਦੱਸ ਦਵਾਂ ਕਿ ਇਹਨਾਂ ਦੇ ਵਿਧਾਇਕ ਇੱਥੇ 60 ਲੱਖ ਰੁਪਏ ਰਿਸ਼ਵਤ ਦਿੰਦੇ ਨੇ, ਫੜੇ ਜਾਂਦੇ ਨੇ। ਉਹ ਹੁਣੇ ਇੱਕ ਵਿਧਾਇਕ ਫੜੇਗਾ 60 ਲੱਖ ਦਾ ਰਿਸ਼ਵਤ ਦਾ ਮਾਮਲੇ ਵਿੱਚ, तो छड़ दो किन्ने मानते ने किन्ने करप्शन फ्री सबको पता है। सारा विधायक फड़या गया, रंगे हाथ फड़या गया। और सर दो गल सुनो सर, और दूसरी दी गल ये कौन विधायक सर के अंदर खड़ा क्यों फड़ के अंदर दे सागर जिला के ऊपर 60 लाख रुपए फड़ता, 60 लाख रुपए कुड़ानी। समा बहुत घट है सर, किसानों को दस दो कि इंतजार करन, संडे तक इंतजार करन कि ਤੁਹਾਡਾ ਸੱਦਾ ਆ ਜਾਏਗਾ, ਸੈਂਟਰ ਸੱਦਾ ਦੇਗੀ ਇੱਕ ਵਾਰ ਮੁੜ ਤੋਂ ਗੱਲਬਾਤ ਦਾ। आरपी सिंह जी, सर समय खत्म हो गया। 8 ਦਸੰਬਰ ਨੂੰ ਅਸੀਂ ਪ੍ਰਸਤਾਵ ਭੇਜਿਆ ਸੀ, ਉਸ ਪ੍ਰਸਤਾਵ ਤੇ ਇੱਕ ਇਹਨਾਂ ਦੇ ਕੋਲ ਸੁਝਾਅ ਮੰਗੇ ਸਨ। ਅਸੀਂ ਹੁਣ ਵੀ ਕਹਿ ਰਹੇ ਹਾਂ, ਅਸੀਂ ਹਰ ਵੀ ਗੱਲਬਾਤ ਕਰਨ ਤਿਆਰ ਹਾਂ। ਕੋਈ ਨਾ ਕੋਈ ਰਸਤਾ ਕੱਢਾਂਗੇ, ਕੋਈ ਨਾ ਕੋਈ ਤਰੀਕਾ ਕੱਢਾਂਗੇ। ਸੁਪਰੀਮ ਕੋਰਟ ਵੀ ਕੋਈ ਵੀ ਮਾਮਲਾ ਹੈਗਾ ਜੋ ਸੁਪਰੀਮ कोर्ट कहे वो भी लागू किसान जथेबंदियां भी लागू कर, और सरकार पे भी लागू है, पर रास्ता जी। चलो ठीक है आरपी सिंह जी, मैं माफी चाहूंगा, विचार रोकते हैं। संधवा साहब ਤੁਹਾਨੂੰ ਵੀ ਵਿਚਾਰ ਰੋਕਦੇ हैं। देखो ਸਾਰੇ ਇਸ ਸਮੇਂ ਹੀ ਚਾਹੁੰਦੇ ਨੇ ਕਿ ਹੱਲ ਨਿਕਲੇ, ਸਾਰੇ ਹੀ ਚਾਹੁੰਦੇ ਨੇ ਕਿ ਕਿਸਾਨ ਜਿਹੜੇ ਬਾਰਡਰਾਂ ਦੇ ਉੱਤੇ ਬੈਠੇ ਰਹੇ ਨੇ
ਉਹ ਆਪਣੇ ਘਰਾਂ ਨੂੰ ਵਾਪਸ ਚਲੇ ਜਾਣੇ, ਪੂਰਾ ਪ੍ਰਦਰਸ਼ਨ ਉਹ ਖਤਮ ਕਰ ਦੇਣ। ਪਰ ਉਹਨਾਂ ਦੀਆਂ ਮੰਗਾਂ ਜਦੋਂ ਤੱਕ ਨਹੀਂ ਮੰਨੀਆਂ ਜਾਂਦੀਆਂ, ਕਿਸਾਨ ਕਹਿ ਰਹੇ ਨੇ ਕਿ ਅਸੀਂ ਕਿਤੇ ਨਹੀਂ ਜਾਣਾ। ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ। ਇਸ ਚਰਚਾ ਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿਸਾਨ ਜੋ ਕਹਿੰਦੇ ਨਜ਼ਰ ਆਏ ਨੇ ਕਿ ਸਿਆਸੀ ਪੈਂਤੜੇ ਤਾਂ ਹੈਗੇ ਨੇ, ਉਹ ਸਭ ਚੀਜ਼ਾਂ ਇਸ ਸਮੇਂ ਸਮਝ ਵੀ ਰਹੇ ਨੇ। ਮੈਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ, ਵਾਪਸ ਆਵਾਂਗੇ, ਦੱਸਾਂਗੇ ਆਪਣੇ ਦਰਸ਼ਕਾਂ ਦੀ ਰਾਏ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਹੁਣ ਵਾਰੀ ਹੈ ਸਾਡੇ ਅੱਜ ਦੇ ਸਵਾਲ ਦੀ, ਜੋ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛਿਆ ਤੇ ਤੁਹਾਡੀ ਰਾਏ ਸਭ ਦੇ ਨਾਲ ਸਾਂਝੀ ਕਰਨ ਦਾ ਵੇਲਾ ਹੈ। ਤੇ ਸਾਡਾ ਅੱਜ ਦਾ ਸਵਾਲ ਪਹਿਲਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ, ਸਾਡਾ ਅੱਜ ਦਾ ਸਵਾਲ ਸੀ ਕਿ ਦਿੱਲੀ ਵਿਧਾਨ ਸਭਾ ਦੇ ਵੱਲੋਂ ਬਿੱਲ ਰੱਦ ਕਰਨ ਦੇ ਨਾਲ ਕੀ ਕੇਂਦਰ ਦੇ ਉੱਤੇ ਦਬਾਅ ਪਵੇਗਾ। ਇਹ ਅਸੀਂ ਸਵਾਲ ਪੁੱਛਿਆ ਕਿਉਂਕਿ ਦਿੱਲੀ ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਅੰਦਰ ਬਿੱਲ ਰੱਦ ਕਰਨ ਦਾ ਐਲਾਨ ਕੀਤਾ ਗਿਆ। ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ, ਉਹਨਾਂ ਨੇ ਕਾਪੀਆਂ ਵੀ ਬਿੱਲ ਦੀਆਂ ਪਾੜ ਦਿੱਤੀਆਂ ਜਾਂ ਕਾਨੂੰਨ ਦੀਆਂ ਪਾੜ ਦਿੱਤੀਆਂ ਜੋ ਖੇਤੀ ਕਾਨੂੰਨ ਕੇਂਦਰ ਦੇ ਵੱਲੋਂ ਬਣਾਏ ਗਏ ਨੇ। ਇਹੀ ਸਵਾਲ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛਿਆ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਅਜਿਹੀ ਕਾਰਵਾਈ ਹੋਈ ਹੈ ਕਿ ਇਸ ਦੇ ਨਾਲ ਕੇਂਦਰ ਦੇ ਉੱਤੇ, ਕੇਂਦਰ ਸਰਕਾਰ ਤੇ ਕੋਈ ਦਬਾਅ ਪਏਗਾ, ਤਾਂ ਇਸ ਦੇ ਉੱਤੇ ਜੋ ਸਾਡੇ ਕੋਲ ਰਾਏ ਪਹੁੰਚੀ ਹੈ ਸਾਡੇ ਦਰਸ਼ਕਾਂ ਦੀ, ਹੁਣ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਕਿ ਸਾਡੇ ਦਰਸ਼ਕ ਕੀ ਸੋਚਦੇ ਨੇ। ਭਰਪੂਰ ਹੁੰਗਾਰਾ ਸਾਨੂੰ ਮਿਲਿਆ ਸਾਡੇ ਦਰਸ਼ਕਾਂ ਦਾ ਤੇ ਜਵਾਬ ਸਾਡੇ ਕੋਲ ਪਹੁੰਚਿਆ ਹੈ ਯੈਸ ਦੇ ਵਿੱਚ 80%, ਜਦਕਿ ਨੋ ਦੇ ਵਿੱਚ 20%। ਮਤਲਬ ਸਿੱਧਾ ਜਾ ਕੇ ਜ਼ਿਆਦਾ ਗਿਣਤੀ ਦਰਸ਼ਕਾਂ ਦੀ ਹੈ ਜੋ ਸਮਝਦੇ ਨੇ ਕਿ ਦਿੱਲੀ ਵਿਧਾਨ ਸਭਾ ਦੇ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਪਏਗਾ। 80% ਨੂੰ ਲੱਗਦਾ ਹੈ ਕਿ ਜੀ ਹਾਂ, ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਪਏਗਾ, ਜਦਕਿ 20% ਨੂੰ ਅਜਿਹਾ ਨਹੀਂ ਲੱਗਦਾ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।